ਹੁਣ ਜਿਨ੍ਹਾਂ ਨੇ खेती ਕਰਨ ਨੂੰ ਰੱਦ ਕਰਾਇਆ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਤੁਸੀਂ ਦੱਸੋ ਹੁਣ ਕੀ ਕਰਨਾ। ਪਰ ਕਿਸਾਨ ਕਹਿ ਰਹੇ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਉਹ ਹੱਲ ਹੈ। ਸਵਾਲ ਤਾਂ ਇਹ ਹੈ ਕਿ ਫਾਰਮਰ ਨੂੰ ਤਾਂ ਜ਼ਿਮੀਂਦਾਰਾਂ ਨੂੰ ਤਾਂ ਉਸੇ ਜੇਲ੍ਹ 'ਚ ਪਾਤਾ ਜੇ ਪਹਿਲਾਂ ਸੀਗੇ। ਜੇ ਗੌਰਮੈਂਟ ਨੇ MSP ਲੀਗਲ ਕਰਤੀ ਇਹ ਤੋਂ ਵੱਡਾ ਡਿਜ਼ਾਸਟਰ ਨਹੀਂ ਹੋ ਸਕਦਾ। ਸਰਕਾਰਾਂ ਦੇ ਬੜੇ ਨੇੜੇ ਹੋ, BJP ਦੇ ਨੇੜੇ ਤੁਹਾਨੂੰ ਕਿਹਾ ਜਾਂਦਾ ਕਿ ਉਹਨਾਂ ਦੀ ਤੁਸੀਂ ਵਕਾਲਤ ਕਰ ਰਹੇ ਹੋ। ਜੇ ਇਹ ਕਾਨੂੰਨ ਠੀਕ ਨਹੀਂ ਤੇ ਉਸ ਵੇਲੇ ਜਿਹੜੇ ਲੀਡਰ ਸੀ ਉਹਨੂੰ ਦੱਸਣਾ ਚਾਹੀਦਾ ਸਾਨੂੰ ਚਾਹੀਦਾ ਕੀ ਹੈ। ਮੈਂ ਮੰਨਦਾ ਇਸ ਗੱਲ ਨੂੰ ਕਿ 2-3 ਗਲਤੀਆਂ ਸੀਗੀਆਂ, ਉਹ ਗਲਤੀਆਂ ਸੀ ਗੌਰਮੈਂਟ ਨੂੰ ਨਿਕਾਲੀ ਨਹੀਂ ਸੀ ਕਰਨੀ ਚਾਹੀਦੀ। ਇੱਥੇ ਮੈਂ ਕਾਂਗਰਸ ਨੂੰ, ਇੱਥੇ ਕੇਜਰੀਵਾਲ ਮੇਰੇ ਕੋਲ ਆਇਆ, ਅਮਰਿੰਦਰ ਸਿੰਘ ਆਇਆ, ਮੈਂ ਲਿਖ ਕੇ ਭੇਜਿਆ ਭਾਈ ਇਹਦਾ ਸੋਲੂਸ਼ਨ ਹੈਗਾ। ਮੈਂ ਤਕਰੀਬਨ 2 ਦਰਜਨ ਕੰਟਰੀਜ਼ ਨੂੰ ਪੋਲਿਸੀ ਤੇ ਐਡਵਾਈਸ ਦੇ ਚੁੱਕਾ। ਚਾਈਨਾ ਵਰਗੇ ਕੰਟਰੀ ਨੇ FAO ਤੋਂ, ਯੂਨਾਈਟਿਡ ਨੇਸ਼ਨ ਤੋਂ ਐਕਸਪਰਟ ਮੰਗੇ 16-17 ਜਿਹੜਾ ਐਗਰੀਕਲਚਰ ਪੋਲਿਸੀ ਦੇ ਸੀ, ਉਹਨੇ ਦਿੱਤੇ। ਚਾਈਨਾ ਨੇ ਸਿਰਫ ਮੈਨੂੰ ਸਿਲੈਕਟ ਕੀਤਾ। ਸਾਡੀ ਪ੍ਰੋਬਲਮ ਇਹ ਹੈ ਕਿ ਜਿਹੜੇ ਪਿਓਰ ਇਕਨੋਮਿਕਸ ਹੁੰਦੇ ਉਹਨੂੰ ਐਗਰੀਕਲਚਰ ਦਾ ਕੱਖ ਨਹੀਂ ਪਤਾ, ਔਰ ਜਿਹੜੇ ਐਗਰੀਕਲਚਰ ਜਾਂਦੇ ਆ ਉਹਨੂੰ ਇਕਨੋਮਿਕਸ ਦਾ ਕੱਖ ਨਹੀਂ ਪਤਾ। ਕਿ ਸਰਕਾਰ ਇਹੋ ਜਿਹਾ ਕਿਉਂ ਨਹੀਂ ਸਟਰਕਚਰ ਖੜਾ ਕਰ ਸਕੀ, ਕੀ ਕਮੀਆਂ ਰਹੀਆਂ? ਪੋਲੀਟਿਕ ਪਾਰਟੀਆਂ ਨੂੰ ਤਾਂ ਵੋਟ ਚਾਹੀਦੀ ਹੈ, ਜਾਂ ਡੁੱਬ ਜਾ ਪੰਜਾਬ, ਡੁੱਬ ਜਾ ਇੰਡੀਆ, ਡਜ਼ਨਟ ਮੈਟਰ। ਜਿੱਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਉਹਨੇ ਦੇਖਣਾ ਸੀ ਕਿ ਕਿਸਾਨ ਦੀ ਖੇਤੀਬਾੜੀ ਕਿਸ ਤਰੀਕੇ ਨਾਲ ਸੁਧਰੇ ਤੇ ਉਹਦੇ ਵਿੱਚ ਸੁਧਾਰ ਕਿਹੜੇ ਸੁਧਾਰਾਂ ਦੀ ਲੋੜ ਹੈ, ਮਤਲਬ ਉਹਨੇ ਦੇਖਣਾ ਸੀਗਾ। ਉਹ ਇਹੋ ਜਿਹੀਆਂ ਸੰਸਥਾਵਾਂ ਲਗਾਤਾਰ ਨਿਗਾਰ ਵੱਲ ਗਈਆਂ ਤਾਂ ਕੰਮ ਕਿੱਦਾਂ ਹੋਏਗਾ? ਇਹ ਸਾਰੇ ਨਿਗਾਰ ਵਾਸਤੇ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ? ਕਿਸਾਨ ਜਥੇਬੰਦੀਆਂ ਦਾ ਇਹ ਖਦਸ਼ਾ ਹੈ ਕਿ ਜੇ ਪ੍ਰਾਈਵੇਟ ਪਲੇਅਰ ਆਊਗਾ ਤਾਂ ਆਪਣੀ ਘੱਟ ਉੱਤੇ ਦੇਖੋ ਖਰੀਦੂਗਾ। ਜਿੱਦਾਂ ਮੰਨ ਲਓ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਸੇਬ ਦੇਖਿਆ, ਉੱਥੇ 20 ਰੁਪਏ 30 ਰੁਪਏ ਦੇ ਖਰੀਦ ਕੇ 100 ਰੁਪਇਆ 200 ਰੁਪਇਆ ਨੂੰ ਜਿਹੜਾ ਸੇਬ ਉਹ ਵਿਕ ਰਹੇਗਾ। ਮੈਂ ਚੈਲੰਜ ਕਰਦਾ ਸੀ ਇਹਨਾਂ ਨੂੰ ਵੀ ਮੇਰੇ ਕੋਲ ਆ ਜਾਓ, ਜੇ ਤੁਹਾਨੂੰ ਨਾ ਸਮਝਾ ਸਕਾਂ, ਤੁਹਾਨੂੰ ਨਾ ਦੱਸ ਸਕਾਂਗੇ ਕਿ ਮੈਨੂੰ ਕੀ ਚੀਜ਼ ਹੈ, ਮੈਂ ਤੁਹਾਡੇ ਨਾਲ ਬਹਿ ਜਾਊਂਗਾ ਜਾ ਕੇ। ਪ੍ਰਾਈਮ ਏਸ਼ੀਆ TV ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਦੁਨੀਆ ਭਰ ਦੇ ਵਿੱਚ ਇੱਕ ਵਿਚਾਰ ਦੇ ਸਮਾਨਾਂਤਰ ਦੂਜਾ ਵਿਚਾਰ ਹਮੇਸ਼ਾ ਚੱਲਦਾ ਰਹਿੰਦਾ ਹੈ। ਕਦੇ ਮਤਭੇਦ ਵੀ ਹੁੰਦੇ ਨੇ, ਕਈ ਵਿਚਾਰ ਦੇ ਨਾਲ ਵੀ ਆਪਾਂ ਨੂੰ ਖੜਨਾ ਪੈਂਦਾ ਹੈ। ਖੇਤੀ ਕਾਨੂੰਨ ਰੱਦ ਹੋ ਚੁੱਕੇ ਨੇ, ਬਹੁਤ ਸਾਰੇ ਲੋਕ ਹੱਕ ਦੇ ਵਿੱਚ ਸੀਗੇ, ਬਹੁਤ ਸਾਰੇ ਲੋਕ ਖਿਲਾਫ ਸੀਗੇ। ਪਰ ਹੁਣ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਖੇਤੀ ਸੰਕਟ ਹੱਲ ਹੋ ਗਿਆ ਜਾਂ ਕਿੱਦਾਂ ਹੋਏਗਾ ਹੱਲ? ਪੰਜਾਬ ਕੋਲੇ ਕੀ ਵਿਕਲਪ ਹੈ? ਕਿਸ ਤਰੀਕੇ ਨਾਲ ਛੋਟੇ ਕਿਸਾਨਾਂ ਦੀ ਜ਼ਿੰਦਗੀ ਜਿਹੜੀ ਉਹ ਸੁਧਰ ਸਕਦੀ ਹੈ? ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਸਰਦਾਰਾ ਸਿੰਘ ਜੋਹਲ ਸਾਹਿਬ ਦੇ ਘਰੇ ਪਹੁੰਚੇ ਹਾਂ। ਜੋਹਲ ਸਾਹਿਬ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਕਾਫੀ ਅਹੁਦਿਆਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ, ਦੇਸ਼ਾਂ ਵਿਦੇਸ਼ਾਂ ਤੱਕ ਜਾ ਕੇ ਸੈਮੀਨਾਰ ਉਹਨਾਂ ਨੇ ਕੀਤੇ ਨੇ। ਖੇਤੀ ਸੰਕਟ, ਖੇਤੀ ਬਾਰੇ ਖੇਤੀ ਮਾਹਰ ਨੇ ਤੇ ਉਹਨਾਂ ਬਾਰੇ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ, ਤੁਸੀਂ ਸਾਰੇ ਜਾਣਦੇ ਹੋ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਜੀ ਜੋਹਲ ਸਾਹਿਬ, ਕੀ ਸਮਝਦੇ ਹੋ ਇਸ ਵੇਲੇ ਜੋ ਖੇਤੀ ਸੰਕਟ ਬਰਕਰਾਰ ਹੈ? ਕਾਲੇ ਬੱਦਲ ਮੰਡਰਾਏ ਹੋਏ ਨੇ ਉਸੇ ਤਰੀਕੇ ਦੇ ਨਾਲ। ਹਾਲਾਂਕਿ 3 ਖੇਤੀ ਕਾਨੂੰਨ ਆਏ, ਉਸ ਤੋਂ ਬਾਅਦ ਬਹੁਤਾਤ ਕਿਸਾਨਾਂ ਦੀ ਨਾਰਾਜ਼ਗੀ ਸੀਗੀ, ਦੇਸ਼ ਭਰ ਦੇ ਕਿਸਾਨਾਂ ਨੇ ਅੰਦੋਲਨ ਕੀਤਾ, ਉਸ ਤੋਂ ਬਾਅਦ ਖੇਤੀ ਕਾਨੂੰਨ ਰੱਦ ਹੋ ਗਏ ਨੇ। ਸਰਕਾਰ ਕਹਿ ਰਹੀ ਹੈ ਅਸੀਂ ਸਮਝਾ ਨਹੀਂ ਪਾਏ, ਖੇਤੀ ਕਾਨੂੰਨ ਰੱਦ ਹੋ ਗਏ ਨੇ। ਹੁਣ ਤੁਹਾਡਾ ਸਟੈਂਡ ਕੀ ਹੈ? ਤੁਸੀਂ ਕੀ ਸਮਝਦੇ ਹੋ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਦੀ ਸਥਿਤੀ ਨੂੰ ਤੁਸੀਂ ਕਿਵੇਂ ਭਾਵਦੇ ਹੋ? ਦੇਖੋ ਗੱਲ ਇਹ ਹੈ, ਉਹ ਕਾਨੂੰਨ ਤਾਂ ਰੱਦ ਹੋ ਗਏ ਜੀ, ਉਹਨਾਂ ਦੇ ਹੁਣ ਉਹਦੀਆਂ ਸਿਫਤਾਂ ਕਰਨ ਦਾ ਕੋਈ ਫਾਇਦਾ ਨਹੀਂ। ਸਵਾਲ ਤੁਹਾਡਾ ਬੜਾ ਹੀ ਸਹੀ ਹੈ ਕਿ ਉਸ ਤੋਂ ਬਾਅਦ ਕੀ ਹੈ। ਹੁਣ ਜਿਹਨਾਂ ਨੇ ਖੇਤੀ ਕਰਨ ਨੂੰ ਰੱਦ ਕਰਾਇਆ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਤੁਸੀਂ ਦੱਸੋ ਹੁਣ ਕੀ ਕਰਨਾ। ਰੱਦ ਤਾਂ ਕਰਾ ਲਿਆ ਜ਼ਿੱਦ ਕਰਕੇ ਜੀ, ਲੇਕਿਨ ਸਵਾਲ ਤਾਂ ਇਹ ਹੈ ਕਿ ਫਾਰਮਰ ਨੂੰ ਤਾਂ ਜ਼ਿਮੀਂਦਾਰਾਂ ਨੂੰ ਤਾਂ ਉਸੇ ਜੇਲ੍ਹ 'ਚ ਪਾਤਾ ਜੇ ਪਹਿਲਾਂ ਸੀਗੇ। ਅੱਜ ਕਣਕ ਝੋਨੇ ਨੂੰ ਛੱਡ ਦਿਓ ਤੇ ਜਿਹੜੇ ਕੋਈ ਵੀ ਪੈਰੀਸ਼ੇਬਲ ਪ੍ਰੋਡਕਟ ਹੈਗੀ ਆ, ਸਬਜ਼ੀਆਂ, ਫਰੂਟ, ਜੋ ਕੁਝ ਹੈਗਾ, ਉਹਨਾਂ 'ਚ ਫਾਰਮਰ ਨੂੰ 20% ਵੀ ਨਹੀਂ ਮਿਲਦਾ ਕੰਜ਼ਿਊਮਰ ਦੀ ਪ੍ਰਾਈਸ ਦਾ। ਜੇ ਫਾਰਮਰ ਦੀ ਪ੍ਰੋਡਿਊਸ ਜਿਹੜੀ ਆ ਮੰਡੀਆਂ ਵਿੱਚ 20 ਰੁਪਈਏ ਦੀ ਵਿਕਦੀ ਆ ਹਿਸਾਬ ਨਾਲ, ਤੇ ਫੜੀ ਵਾਲਾ ਜਿਹੜਾ ਬਾਹਰ ਬੈਠਾ ਉਹ 60 ਰੁਪਏ ਦੀ ਵੇਚਦਾ। ਜਦ ਤੱਕ ਉਹ ਇੱਥੇ ਸਾਡੇ ਕੋਲ ਆਉਂਦੀ ਆ ਉਹਨਾਂ 'ਚ ਕੋ ਜਿਹੜਾ 100 ਰੁਪਏ ਦੀ ਹੋ ਜਾਂਦੀ ਹੈ ਜੀ। ਹੁਣ ਸਵਾਲ ਤਾਂ ਹੈ ਕਿ ਫਾਰਮਰ ਜਿਹੜਾ 6 ਮਹੀਨੇ ਉਹਨੂੰ ਪਾਲਦਾ, ਜੇ ਘੱਟੋ ਘੱਟ 4 ਮਹੀਨੇ ਪਾਲਦਾ, ਸਾਰੀਆਂ ਰਿਸਕ ਚੱਲਦਾ, ਸਾਰੀ ਇਨਪੁਟ ਕਰਦਾ, ਮੀਂਹ ਪੈ ਜਾਏ, ਹਨੇਰੀ ਆ ਜਾਏ, ਗਰਾਊਂਡ ਲੱਗ ਜਾਏ, ਉਹ ਸਾਰੇ ਉਹਦੀ ਰਿਸਕ ਹੈ। ਉਹਨੂੰ ਤਾਂ ਰੁਪਈਏ 'ਚੋਂ 20 ਪੈਸੇ ਮਿਲੇ। ਜਿਹਨਾਂ ਦੀ ਰਿਸਕ ਹੀ ਕੋਈ ਨਹੀਂ, ਇੱਥੋਂ ਚੱਕ ਕੇ ਉੱਥੇ ਵੇਚ ਦੇਣਾ, ਉਹ ਜੋ ਬਾਕੀ ਦਾ 80% ਉਹ ਲੈ ਜਾਂਦੇ ਆ। ਇਹ ਪ੍ਰੋਬਲਮ ਜਿਹੜੀ ਹੈ ਇਸ ਨੂੰ ਸੋਲਵ ਕਰਨ ਲਈ ਐਕਟ ਬਣੇ ਸੀਗੇ। ਚਲੋ ਮੈਂ ਮੰਨਦਾ ਇਸ ਗੱਲ ਨੂੰ ਕਿ 2-3 ਗਲਤੀਆਂ ਸੀਗੀਆਂ,
ਉਹ ਗਲਤੀਆਂ ਸੀ ਗਵਰਨਮੈਂਟ ਨੂੰ ਇੰਨੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ। ਆਰਾਮ ਦੇ ਨਾਲ ਪਬਲਿਕ ਆਪਣੀ ਜਿਹੜੇ ਪਾ ਕੇ ਇੱਕ ਡਿਸਕਸ਼ਨ ਕਰਕੇ ਆਰਾਮ ਨਾਲ ਡਿਸਕਸ਼ਨ ਕਰਦੇ ਜਿਹੜੇ ਨਹੀਂ ਕੀਤੀ ਜੀ, ਇਹ ਗਲਤ ਬਹੁਤ ਗਲਤ ਸੀ। ਜਿਹਨਾਂ ਜਿਹੜਾ ਕੌਨਫੀਡੈਂਸ ਉੱਡ ਗਿਆ, ਅਤਬਾਰ ਉੱਡ ਗਿਆ ਜੀ। ਦੂਜੀ ਆ ਜਿਹੜੀ ਉਹਨੇ ਕੀਤੀ ਵੀ ਸਟੇਟ ਦਾ ਰੋਲ ਕੱਢਤਾ, ਉਹ ਸਟੇਟ ਦਾ ਰੋਲ ਪੈ ਸਕਦਾ ਸੀ। ਸਵਾਲ ਇਸ ਵੇਲੇ ਇਹ ਸੀਗਾ ਕਿ ਜੇ ਇਹ ਕਾਨੂੰਨ ਠੀਕ ਨਹੀਂ ਤੇ ਉਸ ਵੇਲੇ ਜਿਹੜੇ ਲੀਡਰ ਸੀ ਉਹਨੂੰ ਦੱਸਣਾ ਚਾਹੀਦਾ ਸਾਨੂੰ ਚਾਹੀਦਾ ਕੀ ਹੈ। ਉਹ ਜ਼ਿੱਦ 'ਤੇ ਅੜ ਗਿਆ, ਇਹਨੂੰ ਰਿਪੀਲ ਕਰੋ ਰਿਪੀਲ ਕਰੋ ਰਿਪੀਲ ਕਰੋ, ਮੈਂ ਨਾ ਮਾਨੂੰ ਮੈਂ ਨਾ ਮਾਨੂੰ ਮੈਂ ਨਾ ਮਾਨੂੰ। ਆਪਣੇ ਕੋਲ ਦੱਸਣ ਨੂੰ ਕੁਛ ਨਹੀਂ ਸੀ ਇਹਨਾਂ ਕੋਲ, ਹੁਣ ਵੀ ਨਹੀਂ ਹੈ। ਹੁਣ ਉਹ ਜਿਹੜੇ ਲੀਡਰ ਹੈ ਉਹਨੂੰ ਪੁੱਛੋ ਉਹਨਾਂ ਨੂੰ ਜਾ ਕੇ ਵੀ ਤੁਹਾਡੇ ਕੋਲ ਅਲਟਰਨੇਟ ਕੀ ਹੈ, ਕਿ ਇਹ ਫਾਰਮਰ ਜਿਹੜੇ ਇੱਦਾਂ ਐਕਸਪਰਟ ਹੁੰਦਾ ਰਹੂ ਹੈ। ਅੱਛਾ, ਪਹਿਲੀ ਗੱਲ। ਤੇ ਦੂਜਾ ਸਵਾਲ ਮੈਂ ਇਹ ਕਰਦਾ ਹਾਂ, ਜਿਹੜੇ ਬੁੱਧੀਜੀਵੀਆਂ ਨੇ ਜਿਨ੍ਹਾਂ ਨੇ ਆਪਣਾ ਇਕੋਨੋਮਿਸਟ ਨੇ ਵੀ ਇਹਨਾਂ ਨੂੰ ਸਪੋਰਟ ਕੀਤਾ, ਅੱਡੀਆਂ ਚੱਕ ਕੇ ਲੈਕਚਰ ਦਿੰਦੇ ਸੀ, ਜਿਹੜੇ ਲਿਖਦੇ ਸੀ, ਜਿਹਨੇ ਕਹਤੇ ਬਾਪੂ ਪਾਗਲ ਹੋ ਗਿਆ ਮੈਨੂੰ ਕਹਿੰਦੇ ਸੀਗੇ, ਉਹ ਕਿੱਥੇ ਗਏ ਹੁਣ? ਕੀ ਸੋਲੂਸ਼ਨ ਉਹਨਾਂ ਕੋਲ? ਇੱਥੇ IAS ਦਾ ਗਰੁੱਪ ਸੀ, ਉਹਨਾਂ ਰੈਜ਼ੋਲੂਸ਼ਨ ਪਾਏ। ਉਹ ਮੈਨੂੰ ਨੂੰ ਪੁੱਛਦਾ, ਮੇਰਾ ਬੇਸਿਕ ਸਵਾਲ ਹੈ ਕਿ ਉਹਨਾਂ ਕੋਲ ਕੀ ਹੈ ਇਹਨਾਂ ਨੂੰ ਦੱਸਣ ਲਈ ਹੁਣ, ਤੇ ਇਹ ਫਾਰਮਰ ਕੋ ਕੀ ਆ ਇਹਨੂੰ ਚੀਜ਼ ਕਰਨੀ। ਫਾਰਮਰ ਤਾਂ ਉੱਥੇ ਫਸ ਗਿਆ ਦੁਬਾਰਾ, ਸਮਝੇ ਨਾ। ਪਰ ਕਿਸਾਨ ਕਹਿ ਰਹੇ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਉਹ ਹੱਲ ਹੈ। ਦੇਖੋ, ਸਵਾਮੀਨਾਥਨ ਰਿਪੋਰਟ ਜਿਹੜੀ ਆ, ਜੇ ਤੇ ਮੇਰੇ ਤੋਂ ਪੁੱਛੋ ਤਾਂ ਸਵਾਮੀਨਾਥਨ ਰਿਪੋਰਟ ਦੇ ਮੈਂ ਉਹਦੀ ਸਮੀਖਿਆ ਕਰਕੇ ਗੌਰਮੈਂਟ ਨੂੰ ਦਿੱਤੀ ਸੀ ਜੀ। ਜੇ ਮੇਰੇ ਤੋਂ ਪੁੱਛੋ ਤਾਂ ਮੈਂ ਕਿਹਾ ਸਵਾਮੀਨਾਥਨ ਦੇ ਰਿਪੋਰਟ ਦੇ ਵਿੱਚ ਨਾ ਤਾਂ ਕੋਈ ਇਕੋਨੋਮਿਸਟ ਸੀਗਾ, ਜੇ ਉਹ ਇਕੋਨੋਮਿਸਟ ਸੀਗਾ ਤਾਂ ਉਹਨੂੰ ਇਕਨੋਮਿਕਸ ਆਉਂਦੀ ਨਹੀਂ ਸੀ, ਇਹ ਮੈਂ ਉਹਦੇ ਬਾਰੇ ਸੀਗਾ ਹੈ। ਲੇਕਿਨ ਬੜੇ ਸੋਲੂਸ਼ਨ ਨੇ ਇਹਦੇ ਕਰਨ ਦੇ। ਉਹ ਰਿਪੋਰਟ ਤਾਂ ਉਹਨਾਂ ਨੇ ਵੱਡੀ ਸਾਰੀ ਬਣਾ ਕੇ ਦੇ ਦਿੱਤੀ, ਕੋਈ ਗੱਲ ਨਹੀਂ। ਸਵਾਮੀਨਾਥਨ ਦੀ ਮੈਨੂੰ ਬਹੁਤ ਇੱਜ਼ਤ ਹੈ, ਟੌਪ ਦਾ ਸਾਇੰਟਿਸਟ ਹੈ, ਪਰ ਉਹ ਇਕੋਨੋਮਿਸਟ ਨਹੀਂ ਹੈ। ਅਤੇ ਜਿਹੜਾ ਇਕੋਨੋਮਿਸਟ ਉੱਤੇ ਬੈਠਾ ਉਹਦੀ ਕੋਈ ਬੈਕਗਰਾਊਂਡ ਨਹੀਂ ਹੈ। ਸਾਡੀ ਪ੍ਰੋਬਲਮ ਇਹ ਹੈ ਕਿ ਜਿਹੜੇ ਪਿਓਰ ਇਕਨੋਮਿਕਸ ਆਉਂਦੇ ਉਹਨਾਂ ਨੂੰ ਐਗਰੀਕਲਚਰ ਦਾ ਕੱਖ ਨਹੀਂ ਪਤਾ, ਔਰ ਜਿਹੜੇ ਐਗਰੀਕਲਚਰ ਜਾਂਦੇ ਆ ਉਹਨੂੰ ਇਕਨੋਮਿਕਸ ਦਾ ਕੱਖ ਨਹੀਂ ਪਤਾ, ਸਮਝੇ ਨਾ। ਇਹ ਪ੍ਰੋਬਲਮ ਸਾਡੀ ਬਹੁਤ ਵੱਡੀ ਹੈ। ਮੈਂ ਫਾਰਚੂਨੇਟਲੀ ਦੋਨੇ ਇਕਨੋਮਿਕਸ ਐਗਰੀਕਲਚਰ ਇਕਨੋਮਿਕਸ ਮੇਰਾ ਸਾਇੰਟੀਫਿਕ ਬੈਕਗਰਾਊਂਡ ਹੈਗਾ। ਮੈਂ ਆਪ ਖੇਤੀ ਕੀਤੀ ਹੈ, ਹੁਣ ਵੀ ਖੇਤੀ ਵਿੱਚ ਹੈ। ਮੈਂ ਤਕਰੀਬਨ 2 ਦਰਜਨ ਕੰਟਰੀਜ਼ ਨੂੰ ਪੋਲਿਸੀ 'ਤੇ ਐਡਵਾਈਸ ਦੇ ਚੁੱਕਾ। ਇਹ ਜਿਹੜੇ ਇਕੋਨੋਮਿਸਟ ਹੁੰਦੇ ਉਹਨੂੰ ਦੱਸੋ ਕਿ ਮੁਲਕ ਤੋਂ ਬਾਹਰ ਨਿਕਲਿਆ ਹੈ। ਮੈਂ ਚਾਈਨਾ ਇਨਕਲੂਡਿੰਗ ਚਾਈਨਾ, ਰਸ਼ੀਆ, USSR ਅਤੇ ਮਿਡਲ ਆਪਣਾ ਸੈਂਟਰਲ ਏਸ਼ੀਆ, ਜਿਹੜੇ ਕਿਹੜੇ ਕੰਟਰੀ ਨੇ, ਵੈਸਟਰਨ ਏਸ਼ੀਆ, ਅਰਬ ਕੰਟਰੀ, ਅਫਰੀਕਨ, ਉਹਨਾਂ ਸਾਰਿਆਂ ਨੂੰ ਸਲਾਹ ਦਿੱਤੀ ਹੈ। ਅਤੇ ਮੇਰੀਆਂ ਪਾਲਿਸੀਆਂ ਨੂੰ ਲੋਕਾਂ ਨੇ ਪਾਰਲੀਮੈਂਟ, ਇਹਨਾਂ ਨੇ ਪੜ੍ਹ ਕੇ ਕਈਆਂ ਨੇ ਪਾਰਲੀਮੈਂਟ 'ਚ ਪਾਲਿਸੀ ਬਣਾ ਕੇ ਦਿੱਤੀ ਹੈ। ਜਿਸ ਬੰਦੇ ਦੀ ਇਹ ਬੈਕਗਰਾਊਂਡ ਹੋਵੇ, ਉਹਦੀ ਉਸ ਵੇਲੇ 92 ਸਾਲ ਦੀ ਉਮਰ ਹੋਵੇ, ਹੁਣ ਤਾਂ ਮੈਂ 95 ਦੇ ਰਨ ਕਰ ਰਿਹਾ ਜੀ, ਉਹਨੂੰ ਗਾਲਾਂ ਕੱਢਣੇ ਮੰਡੀਰ ਇਕੱਠੀ ਹੋ ਗਏ, ਉਹ ਕੀ ਕਰੂ ਦੱਸੋ? ਗੱਲ ਨਹੀਂ ਸੁਣੀ ਬਿਲਕੁਲ ਹੀ। ਹੁਣ ਮੇਰਾ ਸਵਾਲ ਹੀ ਇਹਨਾਂ ਨੂੰ ਇਹ, ਤੁਸੀਂ ਦੱਸੋ ਕਿੱਥੇ ਖੜ੍ਹੇ ਆ ਹੁਣ? ਉਹਨਾਂ ਫਾਰਮਰਸ ਨੂੰ ਗਾਈਡ ਕਰੋ। ਇਹ ਲੀਡਰਾਂ ਨੂੰ ਸਵਾਲ ਹੈ, ਦੱਸੋ ਕੀ ਲੈਣਾ ਤੁਸੀਂ? ਉਦੋਂ ਗੌਰਮੈਂਟ ਮੁੜ ਕੇ ਕਹਿੰਦੀ ਸੀ ਭਾਈ ਇਹਨੂੰ ਅਮੈਂਡ ਕਰਾ ਚੁਕਾਉਣਾ, ਤੁਹਾਨੂੰ ਲੋੜ ਸੀ ਕਰਕੇ ਹੈ ਹੀ ਕੁਛ ਨਹੀਂ ਸੀ ਇਹਨਾਂ ਕੋਲ ਅਲਟਰਨੇਟਿਵ, ਸਿਰਫ ਇੱਕ ਜਿੱਤ 'ਤੇ ਅੜੇ ਸੀ ਔਰ ਪੈਟੀ ਪੋਲੀਟਿਕਸ। ਇਹ ਮੈਂ ਪਹਿਲੀ ਪੋਸਟਿੰਗ ਦੇ ਵਿੱਚ ਕਿਹਾ ਸੀ ਕਿ ਇਹਦੀ ਪੈਟੀ ਪੋਲੀਟਿਕਸ ਹੋਣੀ, ਉਹ ਹੋਈ ਆ। ਅਲਟੀਮੇਟਲੀ ਕੀ ਨਿਕਲਿਆ? ਇਲੈਕਸ਼ਨ ਲੜੀ, ਜ਼ਮਾਨਤਾਂ ਜ਼ਬਤ ਕਰਾ ਲਈਆਂ, ਕੋਈ ਸੀਟ ਆਈ। ਲੋਕ ਇਹਨੇ ਮੂਰਖ ਨਹੀਂ ਹੈ ਜਿੰਨਾ ਇਹ ਸਮਝਦੇ ਸੀਗੇ। ਅਤੇ ਹੁਣ ਦੱਸਣ ਕੀ ਕਰਨਾ? ਪਹਿਲੀ ਗੱਲ ਤਾਂ ਇਹ ਹੈ। ਦੂਜੀ, ਤੁਸੀਂ ਮੇਰੀ ਸਲਾਹ ਪੁੱਛਦੇ ਹੋ ਜੀ, ਮੇਰੀਆਂ ਸਲਾਹ ਹਰ ਆਸਪੈਕਟ 'ਤੇ ਹੈਗੀਆਂ। ਜੇ ਫਰਕ ਕੀਤਾ ਹੁਣ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਅਨਪਲਾਇਮੈਂਟ। ਉਹਨੂੰ ਇਸ ਵੇਲੇ ਛੱਡ ਦਈਏ ਹਾਲੇ ਹੈ, ਹਾਲਾਂਕਿ ਬੜੀ ਇੰਪੋਰਟੈਂਟ ਹੈ ਜੀ। ਸਭ ਤੋਂ ਵੱਡੀ ਪ੍ਰੋਬਲਮ ਪਾਣੀ ਦੀ ਹੈ, ਪਾਣੀ ਦੀ ਪ੍ਰੋਬਲਮ। ਪਾਣੀ ਰੋਜ਼ ਪਾਣੀ ਥੱਲੇ ਜਾ ਰਿਹਾ, ਉਹਦਾ ਕੋਈ ਇਲਾਜ ਨਹੀਂ। ਅੱਜ ਤੋਂ 10, 15, 20 ਸਾਲ ਤੋਂ ਬਾਅਦ ਸਾਡੇ ਬੱਚਿਆਂ ਨੂੰ ਪੀਣ ਜੋਗਾ ਪਾਣੀ ਨਹੀਂ ਮਿਲਣਾ। ਅਤੇ ਜਿਹੜਾ ਝੋਨਾ ਹੈ ਸਾਡੀ ਕਰੋਪ ਨਹੀਂ ਹੈ, ਲੇਕਿਨ ਉੱਤੇ MSP ਦੇ ਕੇ ਉਹਨੂੰ ਬਾਕੀ ਦੇ ਫਸਲਾਂ ਨੂੰ ਪ੍ਰੋਫਿਟੇਬਲ ਕਰਕੇ ਜਿਹੜੇ ਪੰਜਾਬ ਦਾ ਪਾਣੀ ਦਾਣਿਆਂ 'ਚ ਵੱਢ ਕੇ ਬਾਕੀ ਦਾ ਦੇਸ਼ ਬਾਗ ਲੈ ਰਿਹਾ। ਹੁਣ ਜਿਹੜੀ ਐਕਸਪੋਰਟ ਕਰਦੇ ਆ ਉਹ ਘਾਟੇ 'ਤੇ ਕਰਦੇ ਆ। ਗੌਰਮੈਂਟ ਜਿਹੜੀ ਆ ਉੱਥੋਂ ਪਰਚੇਜ਼ ਕਰਦੀ ਆ, ਉੱਤੇ ਖਰਚ ਵੀ ਕਰਦੀ ਆ, ਮੁੜ ਕੇ ਘਾਟਾ ਕਰਦੇ ਆ। ਅਤੇ ਸਟੋਰੇਜ ਹੈ ਨਹੀਂ, ਸਟੋਰੇਜ ਦੇ ਵਿੱਚ ਕੀ ਪ੍ਰਕੋਰ ਕਰਕੇ ਜੋ ਜ਼ਾਇਆ ਹੀ ਕਰ ਦੇਣੀ ਹੈ, ਅਤੇ ਸੰਭਾਲ ਨਹੀਂ ਸਕਣਾ। ਪ੍ਰਕੋਰ ਕਰਨ ਦਾ ਫਾਇਦਾ ਕੀ ਆ ਉਹਦਾ ਕਰਨ ਦਾ? ਹੁਣ ਇੱਕ ਅਦਾਨੀ ਦਾ ਹੈਗਾ ਜਿਹਦੇ ਵੱਲ ਡੰਡਾ ਲੈ ਕੇ ਤੁਰੇ ਫਿਰਦੇ, ਜਿਹੜੇ ਗੱਡੀਆਂ ਉੱਤੇ ਚੜ੍ਹ ਕੇ ਚਲੇ ਗਏ ਸੀ। ਅੱਜ ਉਹਨਾਂ ਫਾਰਮਰ ਲੀਡਰ ਨੂੰ ਪੁੱਛੋ, ਫਾਰਮਰ ਕਿਉਂ ਲਾਈਨ ਲਾ ਕੇ ਖੜ੍ਹੇ ਆ ਉੱਥੇ?
ਉਹ ਆਪਣੇ ਨਖਰੇ ਨਾਲ ਲੈਂਦਾ ਉਹਨਾਂ ਕੋਲ ਕੱਢ ਕੇ। ਇਹ ਨਾਲੇ ਇੱਕ ਗੱਲ ਮੈਨੂੰ ਦਰੁਸਤ ਕਰਿਓ ਇੱਥੇ, ਨਾਲੇ ਕਹਿ ਰਹੇ ਨੇ ਕਿ ਇਸ ਵਾਰ ਪ੍ਰਾਈਵੇਟ ਪਲੇਅਰ ਨਹੀਂ ਖਰੀਦ ਕਰ ਰਿਹਾ, FCI ਖੁਦ ਭੇਜ ਰਹੀ ਹੈ ਉੱਥੇ ਸਟੋਰ ਕਰਨ ਵਾਸਤੇ, ਇੱਕ ਐਗਰੀਮੈਂਟ ਹੋਇਆ ਹੋਇਆ। ਅਡਾਨੀ ਜਿਹੜਾ ਆ ਪਹਿਲਾਂ ਵੀ ਨਹੀਂ ਸੀ ਆਪ ਖਰੀਦਦਾ। ਇਹ ਜਿਹੜਾ ਸਟੋਰੇਜ ਹੈਗਾ ਇਹ ਗਵਰਨਮੈਂਟ ਦੇ ਸਟੋਰ ਜਿਹੜੇ ਗ੍ਰੇਨ ਸਟੋਰ ਕੀਤੇ ਆ ਉਹ ਆਪਣੀ ਸਟੋਰੇਜ ਚਾਰਜ ਲੈਂਦਾ। ਸਾਇੰਟੀਫਿਕ ਸਟੋਰੇਜ ਹੈ ਔਰ ਉਹਦੇ 'ਚ 4-4 ਸਾਲ ਦਾਣਾ ਖਰਾਬ ਨਹੀਂ ਹੁੰਦਾ ਹੈ। ਫਾਰਮਰ ਜਿਹੜਾ ਹੁੰਦਾ ਉਹ ਆਉਂਦੇ ਦੀ ਗੱਡੀ ਦਾ ਉਹਦਾ ਸੈਂਪਲ ਲਿਆ ਜਾਂਦਾ, ਜਦ ਦੀ ਤੁਲਦੀ ਉਹਦਾ ਸੈਂਪਲ ਆ ਜਾਂਦਾ, ਜੇ ਸਟੇਟਸ 'ਤੇ ਜਾ ਕੇ 10 ਮਿੰਟ 'ਚ ਅਨਲੋਡ ਕਰਕੇ ਘਰ ਨੂੰ ਚਲਾ ਜਾਂਦਾ। ਮੈਕਸਿਮਮ 48 ਘੰਟੇ 'ਚ ਉਹਨੂੰ ਪੈਸੇ ਮਿਲ ਜਾਂਦੇ ਆ। ਜੋਲ ਸਾਹਿਬ ਸਵਾਲ ਇੱਥੇ ਇੱਕ ਇਹ ਖੜਾ ਹੁੰਦਾ ਕਿ ਜੇ ਪ੍ਰਾਈਵੇਟ ਇੰਨਾ ਵਧੀਆ ਹੋ ਸਕਦਾ ਹੈ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਕਿਸਾਨ ਸਾਰੀ ਦੁਨੀਆ ਮੰਨਦੀ ਹੈ ਕਿ ਪ੍ਰਾਈਵੇਟ ਹਮੇਸ਼ਾ ਵਧੀਆ ਹੁੰਦਾ ਸਰਕਾਰੀ ਨਾਲੋਂ, ਚਾਹੇ ਸਰਕਾਰੀ ਬੈਂਕਾਂ ਦੀ ਗੱਲ ਕਰ ਲਓ, ਚਾਹੇ ਪ੍ਰਾਈਵੇਟ ਬੈਂਕਾਂ ਦੀ ਗੱਲ ਕਰ ਲਓ। ਇੱਕ ਸਵਾਲ ਇਹ ਹੈ ਕਿ ਸਰਕਾਰ ਇਹੋ ਜਿਹਾ ਕਿਉਂ ਨਹੀਂ ਸਟਰਕਚਰ ਖੜਾ ਕਰ ਸਕੀ, ਕੀ ਕਮੀਆਂ ਰਹੀਆਂ? ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ। ਕਰਜ਼ਾ ਲੈ ਕੇ ਇਹ ਸਬਸਿਡੀ ਦਿੰਦੇ ਆ, ਕਿੱਥੋਂ ਪੈਸੇ ਕੱਢ ਦੇਣਗੇ? ਉਹ ਭਾਈ ਇਨਵੈਸਟਮੈਂਟ ਤਾਂ ਉਹ ਕਰੂਗਾ ਜਿਹਦੇ ਕੋਲ ਪੈਸੇ ਆ। ਕੀ ਸੈਂਟਰ ਸਰਕਾਰ ਮਦਦ ਕਰ ਸਕਦੀ ਹੈ? ਸੈਂਟਰ ਸਰਕਾਰ ਆਪਣੇ ਗ੍ਰੇਨ ਸੰਭਾਲੂਗੀ, ਉਹ ਸੰਭਾਲਣੇ ਚਾਹੀਦੇ ਆ, ਸਮਝ ਨਾ। FCI ਵਿੱਚ ਗ੍ਰੇਨ ਖਰਾਬ ਹੁੰਦੇ ਆ, ਘਾਟਾ ਖਾਂਦੇ ਆ ਬਾਹਰ ਜਾ ਕੇ, ਸਭ ਕਰਕੇ ਉਹ ਸਾਈਲੋ ਲਾ ਸਕਦੇ ਆ ਜਦੋਂ ਗੌਰਮੈਂਟ ਨਹੀਂ ਤਾਂ ਸਭ ਕੁਝ ਸਰਕਾਰ ਹੀ ਕਿਉਂ ਕਰੇ? ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ, ਦੁਨੀਆ ਦੀ ਉਹ ਡਿਵੈਲਪ ਕੰਟਰੀ, ਚਾਹੇ ਉਹ USA ਹੈ, ਚਾਹੇ ਉਹ ਯੂਰਪ ਹੈ, ਚਾਹੇ ਉਹ ਰਸ਼ੀਆ ਹੈ, ਚਾਹੇ ਉਹ ਆਪਣੀ ਚਾਈਨਾ ਆ, ਕੀ ਉਹਨਾਂ 'ਚ ਕਾਰਪੋਰੇਸ਼ਨਾਂ ਕੰਮ ਨਹੀਂ ਕਰਦੀਆਂ? ਉਹਨਾਂ ਨੂੰ ਵੱਡੇ ਸੋਸ਼ਲਿਸਟ ਨੇ ਇਹ। ਉਹ ਭਾਈ ਪੈਸਾ ਤਾਂ ਉਹ ਖਰਚ ਵੀ ਪੈਸੇ। ਮੈਨੂੰ ਦੱਸੋ, ਜਿਹੜੇ ਉੱਥੇ ਨਹੰਗਬਾਜ਼ੀਆਂ ਪਾਉਂਦੇ ਸੀ, ਜਿਹੜੇ ਸ਼ਾਇਰੀਆਂ ਲਾਉਂਦੇ ਸੀ, ਇਨਵੈਸਟਮੈਂਟ ਉਹਨਾਂ ਨੇ ਕਰਨੀ ਹੈ। ਇਨਵੈਸਟਮੈਂਟ ਲਾਲ ਝੰਡੀਆਂ ਵਾਲੇ ਨੇ ਕਰਨੀ ਹੈ। ਇਨਵੈਸਟਮੈਂਟ ਜਿਹੜੇ 32 ਬੰਦੇ ਜਿਹੜੀਆਂ ਆਪਣੀ ਮਸੀਤਾਂ ਖੜੀਆਂ ਕਰਕੇ ਖੜੇ ਸੀ ਉਹਨਾਂ ਨੇ ਕਰਨੀ ਹੈ। ਕਾਰਪੋਰੇਸ਼ਨਾਂ ਇੱਥੇ ਵੀ ਸੀਗੀਆਂ, ਉਹ ਵੀ ਡੁੱਬ ਗਈਆਂ। ਜਿਹੜੀ ਪੰਜਾਬ ਦੀ ਖੇਤੀ ਆ, ਉਹ ਜਦੋਂ ਹਰੀ ਕ੍ਰਾਂਤੀ ਆਈ ਉਸ ਤੋਂ ਬਾਅਦ ਕਿਸਾਨ ਭੰਗੜੇ ਪਾਉਂਦਾ ਹੈ, ਕਿਸਾਨ ਕਹਿੰਦਾ ਹੈਗਾ ਮੇਰੀ ਥੋੜੀ ਜ਼ਿੰਦਗੀ ਥੋੜੀ ਵਧੀਆ ਹੋਈ ਹੈ, ਖੁਸ਼ਹਾਲ ਹੋਈ ਹੈ। ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਨਸਲ ਕੁਸ਼ੀ ਹੋ ਗਈ ਹੈ, ਤਾਂ ਉਹਨਾਂ ਦੀ ਕੁਝ ਖਾਣ ਨੂੰ ਨਹੀਂ ਰਿਹਾ, ਪਾਣੀ ਥੱਲੇ ਧਰਤੀ 'ਤੇ ਪਾਣੀ ਨਹੀਂ ਰਿਹਾ, ਤਾਂ ਆਪਣੇ ਆਪ ਖਰਾਬ ਕੀਤਾ। ਸਵਾਲ ਤਾਂ ਇਹ ਆ ਕਿ ਇਹ ਬਹੁਤ ਵੱਡਾ ਮਸਲਾ, ਛੋਟੀ ਜਿਹੀ ਗੱਲ ਨਹੀਂ ਹੈ। ਇੰਨੇ ਦਿਨਾਂ ਦੇ ਪੰਜਾਬ ਨੂੰ ਜਿਹੜਾ ਪੰਜਾਬ ਦਾ ਪਾਣੀ ਤਾਂ ਲੁੱਟਿਆ ਗਿਆ, ਸਮਝੇ ਨਾ ਜੀ। ਨਹਿਰ ਦਾ ਪਾਣੀ ਸਿਰਫ 20 ਤੋਂ 25% ਪਾਣੀ ਜਿਹੜੀ ਸਾਡਾ ਕ੍ਰੋਪਿੰਗ ਪੈਟਰਨ ਉਹਦਾ ਪਾਣੀ ਨਹਿਰ 'ਚੋਂ ਮਿਲਦਾ, ਉਹ 75 ਤੋਂ 80% ਅਸੀਂ ਪੰਪ ਕਰ ਰਹੇ ਹਾਂ, ਉਹ ਰਿਚਾਰਜ ਨਹੀਂ ਹੋ ਰਿਹਾ। ਅਸੀਂ ਤਾਂ ਪਾਣੀ ਨੂੰ ਮਾਈਨਿੰਗ ਕਰ ਰਹੇ ਹਾਂ, ਉਹ ਦਾਣਿਆਂ 'ਚ ਬੰਨ੍ਹ ਕੇ ਅਸੀਂ ਬਾਹਰ ਭੇਜੀ ਜਾ ਰਹੇ ਹਾਂ। ਇਹ ਉਹਨੂੰ ਤੁਸੀਂ ਦਾਣੇ ਨਾ ਸਮਝੋ, ਉਹਨੂੰ ਪਾਣੀ ਸਮਝੋ, ਕਿੰਨਾ ਬਾਹਰ ਭੇਜਿਆ ਔਰ ਪਾਣੀ ਕਿੱਥੋਂ ਆਇਆ। ਮੈਂ ਫਾਰਮਰ ਨੂੰ ਕਿਹਾ ਭਾਈ ਸਮਝੋ, ਮੈਨੂੰ ਕਹਿੰਦੇ ਕਿ ਜੇ ਝੋਨਾ ਲਾਉਣਾ ਤਾਂ ਹੋਰ ਕਿਹੜਾ ਕੀ ਲਾਈਏ? ਮੈਂ ਕਿਹਾ ਜਿਹੜਾ ਪਾਣੀ ਖਤਮ ਹੋਣ ਤੋਂ ਬਾਅਦ ਲਾਉਂਦੇ ਆ। ਇਹ ਸਰਕਾਰ ਤੁਹਾਨੂੰ ਬਿਜਲੀ ਫਰੀ ਦੇ ਸਕਦੀ ਹੈ ਤੁਹਾਨੂੰ, ਲੇਕਿਨ ਇਹ ਤੁਹਾਨੂੰ ਪਾਣੀ ਨਹੀਂ ਦੇ ਸਕਦੀ, ਸਮਝੇ ਨਾ। ਸਮਝੋ ਆਪਣੇ ਬੱਚਿਆਂ ਵਾਸਤੇ। ਡਾਕਟਰ ਸਾਹਿਬ, ਤੁਹਾਡੇ ਵਰਗੇ ਬੁੱਧੀਜੀਵੀ ਇਹ ਚਿੰਤਾ ਹਮੇਸ਼ਾ ਜ਼ਾਹਿਰ ਕਰਦੇ ਨੇ। ਉਹ ਕਹਿੰਦੇ ਨੇ ਕਿ ਪਾਣੀ ਪੰਜਾਬ ਦੇ ਵਿੱਚੋਂ ਖਤਮ ਹੋ ਰਿਹਾ। ਮੰਨ ਲਈਏ ਗੱਲ, ਇੱਥੇ ਸਵਾਲ ਇਹ ਖੜਾ ਹੁੰਦਾ ਫਸਲੀ ਵਿਭਿੰਨਤਾ। ਉਹ ਕਹਿੰਦੇ ਨੇ ਕਿ ਹੋਰ ਫਸਲਾਂ ਕਰੋ ਜਿਹੜੀਆਂ ਮਤਲਬ ਪਾਣੀ ਘੱਟ ਧਰਤੀ ਤੋਂ ਕੱਢਣਗੀਆਂ, ਉਹ ਵਾਲੀ ਫਸਲਾਂ ਕਰੋ, ਪਰ ਉਹ ਲਾਗੂ ਕਿਉਂ ਨਹੀਂ ਹੁੰਦੀਆਂ? ਉਹ ਸਿਰਫ ਕਾਗਜ਼ਾਂ ਤੱਕ, ਸੈਮੀਨਾਰਾਂ ਤੱਕ, ਉੱਥੇ ਤੱਕ ਕਿਉਂ ਸੀਮਿਤ ਹੋ ਜਾਂਦੀਆਂ? ਲਾਗੂ ਹੁੰਦੀਆਂ। ਮੈਨੂੰ ਇਹ ਦੱਸੋ, ਮੈਨੂੰ ਇੱਕ ਫਸਲ 'ਚੋਂ ਫਾਇਦਾ, ਫਾਰਮਰ ਜਿਹੜਾ ਬਹੁਤ ਬੜਾ ਇਕੋਨੋਮਿਸਟ ਹੈ ਜੀ, ਮੈਨੂੰ ਝੋਨੇ ਦੇ ਵਿੱਚ ਫਾਇਦਾ, ਮੈਨੂੰ ਪਾਣੀ ਦੀ ਕੀਮਤ ਨਹੀਂ ਦੇਣੀ ਪੈਂਦੀ। ਮੇਰਾ ਜੇ ਮਾੜਾ ਜਿਹਾ ਖਰਾਬ ਹੋ ਗਿਆ, ਉਹਦੀਆਂ ਰਿਲੈਕਸੇਸ਼ਨ ਹੋ ਜਾਂਦੀਆਂ ਮੰਡੀ ਦੀਆਂ, ਉਹ ਸਾਰਾ ਮੇਰਾ ਚੱਕਿਆ ਜਾਂਦਾ, ਮੰਡੀ 2 ਮਿੰਟ ਲੱਗਦੇ, ਮੰਡੀ ਭੇਜ ਆਉਂਦੇ ਆ। ਗਾਂਹ ਗੌਰਮੈਂਟ ਦੀ ਮਰਜ਼ੀ ਆ, ਖਰਾਬ ਕਰਨਾ ਕਰਨਾ। ਉਹ ਕਿਉਂ ਬਦਲੂ? ਮੈਨੂੰ ਦੱਸੋ। ਤੁਸੀਂ ਉਹ ਹਾਲਾਤ ਕਿਉਂ ਪੈਦਾ ਨਹੀਂ ਕਰਦੇ ਕਿ ਫਾਰਮਰ ਕੁਝ ਹੋਰ ਪੈਦਾ ਕਰੇ? ਬਜਾਏ ਦੀ MSP ਦੇਣੇ ਤੇ ਦੇਣੀ MSP। ਇਹ ਜਿਹੜਾ ਇੰਡੀਆ ਹੈਗਾ ਦਾਲਾਂ ਅਤੇ ਜਿਹੜੀਆਂ ਚਾਵਲ ਹੈ ਉਹਨਾਂ ਨੂੰ ਇੰਪੋਰਟ ਕਰਦਾ, ਔਰ ਇਹ ਵੀਟ ਅਤੇ ਜਿਹੜੀ ਹੈਗੀ ਆ ਆਪਣੀ ਰਾਈਸ, ਇਹਨੂੰ ਘਾਟੇ 'ਤੇ ਬਾਹਰ ਭੇਜਦਾ। ਉਹ ਕਿਉਂ ਇੱਥੇ ਨਹੀਂ ਪ੍ਰੋਡਿਊਸ ਹੁੰਦੇ? ਉਹਨਾਂ ਨੂੰ MSP ਦਿਓ, ਉਹਨਾਂ ਦੀ ਕੀਮਤ ਵਧਾਓ। ਬਾਹਰੋਂ ਜੇ ਤੁਸੀਂ ਇੰਪੋਰਟ ਕਰਦੇ ਆ ਉਹਦੀ ਕੀਮਤ ਵਧਾਓ। ਕਿਉਂ ਕੰਜ਼ਿਊਮਰ ਓਰੀਐਂਟਡ ਸਾਡੀ ਪੋਲਿਸੀ ਆ। ਕਿਉਂ ਫਾਰਮਰ ਨੂੰ ਰਾਈਟ ਪ੍ਰਾਈਸ ਉਹਨਾਂ ਨੂੰ ਨਹੀਂ ਮਿਲਦੀ? ਉਹਨੂੰ ਆਪੇ ਚੇਂਜ ਕਰੂਗਾ। ਦੂਜੇ ਫਾਰਮਰ ਨੂੰ ਅੰਡਰਸਟੈਂਡ ਹੋਣੀ ਚਾਹੀਦੀ ਆ ਕਿ ਮੈਂ ਕੀ ਕਰ ਰਿਹਾ, ਔਰ ਉਹ ਨਹੀਂ ਉਹਨੂੰ ਪਰਵਾਹ ਕਰਦੇ। ਤੁਸੀਂ ਸ਼ਹਿਰਾਂ ਵਿੱਚ ਦੇਖ ਲਓ, ਇੱਥੇ ਕਾਰਾਂ ਧੋਂਦੇ ਆ ਬੜੇ ਪ੍ਰੈਸ਼ਰਾਂ ਨਾਲ ਕਰਕੇ। ਇਹ ਪਾਣੀ ਦੀ ਉਹ ਕੀਮਤ ਹੋਣੀ ਚਾਹੀਦੀ ਹੈ ਜਿਹੜੀ ਅਸਲੀ ਕੀਮਤ ਹੈ। ਕੋਈ ਵਰਤੇ ਉਹਦੀ ਕੀਮਤ ਲਓ। ਤੁਸੀਂ ਫਾਰਮਰ ਨੂੰ ਸਬਸਿਡੀ ਲੋੜ ਹੈ। ਦੁਨੀਆ ਦੇ ਵਿੱਚ ਕਮ ਸੇ ਕਮ 60 ਕੰਟਰੀ ਐਸੇ ਨੇ ਜਿਹੜੀਆਂ ਫਾਰਮਰ ਨੂੰ ਸਬਸਿਡੀ ਦਿੰਦੇ ਆ,
ਔਰ ਸਬਸਿਡੀ ਤੋਂ ਬਗੈਰ ਕੋਈ ਫਾਰਮ ਸੈਕਟਰ ਬਚਦਾ ਨਹੀਂ ਬਿਲਕੁਲ ਹੀ। ਮੈਨੂੰ ਕੋਈ ਸੈਕਟਰ ਦਿਖਾ ਦੇ ਜਿੱਥੇ ਸਬਸਿਡੀ ਨਾ ਦਿੰਦੇ ਹੋਵੇ। USA ਦੀ ਐਗਜ਼ਾਮਪਲ ਲੈ ਲਓ, ਉਹ ਹਰ ਸਾਲ ਕਮ ਤੋਂ ਕਮ 45-46 ਬਿਲੀਅਨ ਡਾਲਰ ਜਿਹੜਾ ਆਪਣੇ ਫਾਰਮ ਨੂੰ ਸਬਸਿਡੀ ਦਿੰਦਾ। ਉਹਦੀ ਆਬਾਦੀ ਕਿੰਨੀ ਹੈ? 7 ਤੋਂ 1/3 ਬਣੀ। ਉਹਦੀ ਕਿੰਨੀ ਪਰਸੈਂਟੇਜ ਹੈ ਫਾਰਮਰ ਦੀ? 1.5%। ਉਹਨਾਂ ਨੂੰ ਇੰਨੇ ਪੈਸੇ ਦਿੰਦੇ ਆ, ਲੇਕਿਨ ਜਿਹੜੀ ਹੈਗੀ MSP ਤੋਂ ਉਹ ਨਹੀਂ ਦਿੰਦੇ। ਸਮਝੇ ਨਾ? ਉਹ ਡਾਇਰੈਕਟ ਸਬਸਿਡੀ ਦਿੰਦੀ ਆ, ਜਿਹਨੂੰ ਕਹਿੰਦੇ ਅਸੀਂ ਇਨਕਮ ਸਪੋਰਟ ਸਿਸਟਮ ਦੇ ਵਿੱਚ ਫਾਰਮਰ ਦੇ ਅਕਾਊਂਟ 'ਚ ਪਾ ਦਿੰਦੇ ਆ। ਉਹਨੂੰ ਕਹਿੰਦੇ ਭਾਈ ਬਾਕੀ ਮੰਡੀ 'ਚ ਵੇਚ। ਤੁਸੀਂ ਇਮੈਜਿਨ ਕਰਦੇ ਆ ਕਿ 1998 ਤੋਂ ਲੈ ਕੇ ਹੁਣ ਤੱਕ ਜਿਹੜੀ ਫਾਰਮਰ ਦੀ ਪ੍ਰੋਡਿਊਸ ਆ ਉਹਦੀ ਕੀਮਤ ਸਿਰਫ 25% ਵਧੀ ਹੈ। ਇੱਥੇ ਜਿਹੜੀ ਅਸੀਂ ਕਰ ਰਹੇ ਹਾਂ, ਅਸੀਂ ਇਹ 'ਤੇ ਨਾਲ ਕੰਜ਼ਿਊਮਰ ਮਾਰ ਰਹੇ ਹਾਂ, ਗੌਰਮੈਂਟ ਦੇ ਵੀ ਉਹਨੇ ਪੈਸੇ ਲੱਗਦੇ ਆ। ਇਹ ਸਿਸਟਮ ਬਦਲਣ ਦੀ ਲੋੜ ਹੈ। ਹੋ ਸਕਦਾ, ਲੇਕਿਨ ਜਿਹੜੀਆਂ ਸਾਡੀਆਂ ਪੋਲੀਟਿਕਲ ਪਾਰਟੀਆਂ ਨੂੰ ਤਾਂ ਵੋਟ ਚਾਹੀਦੀ ਹੈ। ਚਾਹੇ ਡੁੱਬ ਜਾ ਪੰਜਾਬ, ਡੁੱਬ ਜਾ ਇੰਡੀਆ, ਡਜ਼ਨਟ ਮੈਟਰ। ਬੁਰਕੀਆਂ ਸੁੱਟੋ, ਲੋਕ ਮੂੰਹ ਅੱਡ ਕੇ ਬਾਤ ਕਰੀ ਜਾਂਦੇ ਆ। ਉਹਨਾਂ ਲੋਕਾਂ ਨੂੰ ਤਾਂ ਇੰਪਲਾਇਮੈਂਟ ਚਾਹੀਦੀ ਹੈ, ਲੋਕਾਂ ਨੂੰ ਇਨਕਮ ਚਾਹੀਦੀ ਹੈ, ਲੋਕਾਂ ਨੂੰ ਇਹ ਜਿਹੜੀਆਂ ਫਰੀ ਵੀਜ਼ ਨਹੀਂ ਚਾਹੀਦੀਆਂ। ਜੋਲ ਸਾਹਿਬ, ਇੱਕ ਸਵਾਲ ਮੈਂ ਹੋਰ ਕਰਨਾ ਚਾਹੁੰਦਾ ਝੋਨੇ ਦੇ ਉੱਤੇ, ਕਿ ਜੇ ਝੋਨੇ ਦੀ ਸਿੱਧੀ ਬਜਾਈ ਹੁੰਦੀ ਹੈ ਤਾਂ ਉਹ ਜਿਹੜਾ ਉਹ ਸਿਸਟਮ ਹੈ ਪੂਰਾ, ਉਹਨੂੰ ਸਰਕਾਰ ਲਾਗੂ ਕਿਉਂ ਨਹੀਂ ਕਰਵਾ ਸਕੀ ਜਾਂ ਕਰਵਾਇਆ ਕਿਉਂ ਨਹੀਂ? ਮੈਂ ਆਪ ਵੀ ਕੀਤੀ ਹੈ। ਮੈਂ ਤਾਂ ਆਪ ਫਾਰਮਰ ਹੈ। ਮੇਰੇ ਤਾਂ ਸਾਰੀ ਜੁਆਇੰਟ ਫੈਮਿਲੀ ਦਾ ਮੈਂ ਇੰਚਾਰਜ ਹੈ ਜੀ। ਅਸੀਂ ਸਾਡੇ ਬੱਚੇ ਤਾਂ 60 ਏਕੜ ਦੀ ਖੇਤੀ ਕਰਦੇ ਆ, ਠੇਕੇ 'ਤੇ ਲੈ ਕੇ। ਸਾਡੀ 2 ਭਰਾਵਾਂ ਦੀ ਜ਼ਮੀਨ ਸਿਰਫ 8 ਏਕੜ ਹੈ। ਸਾਡੇ ਘਰ ਜਾ ਕੇ ਮਸ਼ੀਨਰੀ ਦੇਖੋ ਕੀ ਖੜੀ ਹੈ। ਮਿਹਨਤ ਦੀ ਗੱਲ ਹੈ, ਸਮਝੇ ਨਾ ਜੀ। ਅਤੇ ਦੇਖਦੇ ਆ ਵੀ ਉਹ ਜਿਹੜੀ ਤੁਸੀਂ ਸਵਾਲ ਕੀਤਾ ਨਾ, ਉਹ ਸਵਾਲ ਦੇ ਵਿੱਚ ਰਿਸਕ ਬੜੀ ਹੈ। ਮੈਂ ਵੀ ਕਰਕੇ ਦੇਖੀ ਹੈ। ਰਿਸਕ ਕਿੰਨਾ? ਰਿਸਕ ਹੈ, ਮੈਂ 2 ਸਾਲ ਕਾਮਯਾਬ ਹੋ ਗਿਆ ਜੀ। 3 ਸਾਲ ਮੈਂ 4 ਏਕੜ ਲਾਏ ਡਾਇਰੈਕਟ ਸੋਇੰਗ ਦੇ। ਉਹਦੇ 'ਚ ਮੀਂਹ ਪੈ ਗਿਆ ਬੇਮੌਕਾ, ਛੁੱਟ ਤੇ ਪਾਣੀ ਫਿਰ ਗਿਆ, ਕੰਮ ਖਤਮ ਹੋ ਗਿਆ। ਮੁੜ ਕੇ ਉਹੀ ਕੰਮ ਕਰਨਾ ਪਿਆ। ਸਮਝੇ ਨਾ? ਫਸਲ ਖਤਮ ਕਿਉਂ ਨਹੀਂ ਕਰਦੇ ਇਹਨੂੰ? ਸਾਡੀ ਜਿਹੜੀ ਹੈਗੀ ਆ ਪਾਣੀ ਦੀ ਕਪੈਸਿਟੀ ਆ, ਉਹ 1 ਮਿਲੀਅਨ ਹੈਕਟੇਅਰ ਤੋਂ ਬਾਅਦ ਦੀ ਨਹੀਂ ਹੈ ਝੋਨਾ ਗਰੋ ਕਰਨ ਦੀ। ਔਰ 26-27 2.6 ਮਿਲੀਅਨ ਹੈਕਟੇਅਰ ਤੱਕ ਅਸੀਂ ਝੋਨਾ ਲਾਉਂਦੇ ਹਾਂ। ਉਹ ਸਾਡੀ ਕਪੈਸਿਟੀ ਨਹੀਂ ਹੈ। ਜੋਲ ਸਾਹਿਬ, ਇੱਕ ਨਾ ਰਿਸਰਚ ਹੋਈ ਸੀਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਇਕੱਠੇ ਮਿਲ ਕੇ ਕੀਤੀ ਸੀ। ਉਹਦੇ ਵਿੱਚ ਸੀਗਾ ਕਿ ਜਿਹੜੇ ਕਿਸਾਨ ਨੇ ਜਾਂ ਖੇਤ ਮਜ਼ਦੂਰ ਨੇ, ਉਹ ਪ੍ਰਤੀ ਦਿਨ 3 ਕਿਸਾਨ ਦੇ ਜਿਹੜੇ ਉਹਨਾਂ ਨੇ ਔਸਤ ਕੱਢੀ ਸੀ ਵੀ ਉਹ ਸੁਸਾਈਡ ਕਰਦੇ ਨੇ। ਉਹਦਾ ਕੀ ਕਾਰਨ? ਉਹਦਾ ਕੀ ਕਾਰਨ? ਮੇਰਾ ਬੇਸਿਕ ਕੁਐਸਚਨ ਇਹ ਹੈ, ਇਹ ਜਿਹੜੇ ਸੀਗੇ ਤੁਹਾਡੇ ਲੀਡਰ, ਇਹ ਉੱਥੇ ਇੱਕ ਜਗ੍ਹਾ ਅਸੀਂ ਜੀ ਸੁਸਾਈਡ ਦੀਆਂ ਆਤਮ ਹੱਤਿਆ ਦੀਆਂ ਲਾਸ਼ਾਂ ਚੁੱਕੀ ਫਿਰਦੇ ਆ ਸਾਡੇ। ਕਈਆਂ ਦੇ ਤਾਂ 80,000 ਲੱਖ 1.5 ਲੱਖ ਇੰਨਾ ਕੀ ਕਰਜ਼ਾ ਹੁੰਦਾ, ਬਹੁਤ ਥੋੜਾ ਕਰਜ਼ਾ। ਇਹਨਾਂ ਨੇ ਜਲੂਸ ਕੱਢੇ, ਅਸੀਂ ਉੱਥੇ ਇਸ ਚੀਜ਼ ਦਾ। ਮੈਨੂੰ ਸਵਾਲ ਉਦੋਂ ਵੀ ਇਹ ਸੀ, ਦੱਸੋ ਇਹ ਕਿਸ ਸਿਸਟਮ ਦੀ ਦੇਣ ਹੈ? ਨਵਾਂ ਸਿਸਟਮ ਲੱਗਾ ਹੀ ਨਹੀਂ। ਉਹ ਜਿਹਨੂੰ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ, ਤੁਹਾਡਾ ਪ੍ਰੈਜ਼ੈਂਟ ਸਿਸਟਮ ਖਰਾਬ ਹੋਇਆ। ਉਹਨੂੰ ਠੀਕ ਕਰਨ ਨੂੰ ਗਵਰਨਮੈਂਟ ਨੇ ਕੋਈ ਕੀਤੀ ਹੈ। ਚਲੋ ਉਹਨਾਂ ਦੀ ਕੋਈ ਥੋੜ੍ਹੀਆਂ ਗਲਤੀਆਂ ਸੀ, ਉਹਨੂੰ ਠੀਕ ਕਰਾ ਲਓ। ਮਤਲਬ ਅੱਛਾ, ਮਾਫੀ ਮੰਗ ਕੇ ਮੈਂ ਕਹਿਣਾ ਚਾਹੁੰਦਾ, ਜੇ ਕਿਸੇ ਦੇ ਪਰਿਵਾਰ 'ਚ ਕੋਈ ਡੈਥ ਹੋ ਜਾਂਦੀ ਹੈ ਤਾਂ ਸਰਕਾਰੀ ਜਿਹੜੇ ਨੁਮਾਇੰਦੇ ਨੇ ਉੱਥੇ ਪੈਸੇ ਦੇਣ ਵੀ ਪਹੁੰਚ ਜਾਂਦੇ ਨੇ, ਮੁਆਵਜ਼ਾ। ਚਲੋ ਠੀਕ ਹੈ, ਪਰਿਵਾਰ ਦੇ ਪਿੱਛੇ ਹੋਣਾ ਚਾਹੀਦਾ, ਪਰ ਉਹ ਸਿਸਟਮ ਨਹੀਂ ਨਾ ਸੁਧਾਰਦੇ ਆਪਾਂ ਕਿ ਉਹ ਕਰਨੇ ਕਿਉਂ ਨੇ ਸਭ ਕੁਝ? ਸਿਸਟਮ ਆਧਾਰ 'ਚ ਵਿਜ਼ਨ ਹੈ ਨਹੀਂ। ਸਾਡੇ ਪੋਲੀਟੀਸ਼ੀਅਨ ਨੂੰ ਸਿਰਫ ਵੋਟ ਚਾਹੀਦਾ, ਉਦੋਂ ਬਾਅਦ ਲੁੱਟਣਾ ਆ। ਸਮਝੇ ਨਾ? ਲੇਕਿਨ ਇਹ ਸਵਾਲ ਤਾਂ ਪ੍ਰੋਬਲਮ ਇਹ ਪੈਦਾ ਹੁੰਦਾ, ਉਹ ਵਿਜ਼ਨ ਹੀ ਹੈ ਨਹੀਂ ਵੀ ਕਿੱਦਾਂ ਕਰਨਾ। ਇੱਥੇ ਮੈਂ ਕਾਂਗਰਸ ਨੂੰ, ਇੱਥੇ ਕੇਜਰੀਵਾਲ ਮੇਰੇ ਕੋਲ ਆਇਆ, ਅਮਰਿੰਦਰ ਸਿੰਘ ਆਇਆ, ਮੈਂ ਲਿਖ ਕੇ ਭੇਜਿਆ, ਭਾਈ ਇਹਦਾ ਸੋਲੂਸ਼ਨ ਹੈਗਾ। ਅਸੀਂ ਜੀ 2 ਏਕੜ ਤੱਕ ਕਰਜ਼ਾ ਮਾਫ ਕਰਤਾ। ਉਹ ਕਰਜ਼ਾ ਤਾਂ ਉਹਨਾਂ ਦਾ ਮਾਫ ਹੋ ਗਿਆ ਜਿਹਨੂੰ ਲੋੜ ਹੀ ਨਹੀਂ, ਜੇ ਲੋੜ ਉਹਨਾਂ ਕੋਲ ਪੈਸੇ ਗਏ ਹੀ ਨਹੀਂ। ਪੋਲੀਟੀਕਲ ਫੇਵਰੇਟਿਜ਼ਮ ਹੋਈ ਆ। ਮੈਂ ਇਹਨਾਂ ਨੂੰ ਤਰੀਕਾ ਦੱਸਿਆ ਵੀ ਤੁਸੀਂ ਉਹ ਕਰੋ, ਹਰ ਡਿਸਟ੍ਰਿਕਟ ਦੇ ਵਿੱਚ ਜੇ ਹੋ ਸਕਦਾ ਇਵਨ ਡਿਵੀਜ਼ਨ ਦੇ ਵਿੱਚ ਜੀ ਇੱਕ ਪੈਨਲ ਬਣਾਓ। ਉਹ ਪੈਨਲ ਹੋਵੇ ਆਪਣਾ ਜਿਹੜਾ ਡੈਟ ਰੀਕਨਸੀਲੀਏਸ਼ਨ ਐਂਡ ਸੈਟਲਮੈਂਟ ਪੈਨਲ। ਜਿਹੜੇ ਬੰਦੇ ਨੂੰ ਪ੍ਰੋਬਲਮ ਹੈ ਐਜ਼ ਏ ਲਾਸਟ ਰਿਸੋਰਟ, ਉਸ ਪੈਨਲ ਕੋ ਆਵੇ। ਉਹ ਪੈਨਲ ਜਿਹੜਾ ਆ ਉਹਦੀ ਜੈਨੂਇਨੈਸ ਦੇਖੇ। ਉਹ ਜੈਨੂਇਨੈਸ ਦੇਖ ਕੇ ਜੇ ਬੰਦੇ ਨੂੰ ਕੋਈ ਰੀਰਾਈਟਿੰਗ ਕਰਨ ਵਾਲੀ ਆ, ਇੰਟਰਸਟ ਮਾਫ ਕਰਨ ਵਾਲਾ, ਚਲੋ ਸਾਰਾ ਲੋਨ ਹੀ ਮਾਫ ਕਰਨ ਵਾਲਾ ਕਰ ਦਿਓ। ਕਿਉਂਕਿ ਜੋਲ ਸਾਹਿਬ, ਜੇ ਆਪਾਂ ਸੈਂਟਰ ਦੀ ਗੱਲ ਕਰੀਏ ਜਾਂ ਫਿਰ ਵੱਡੇ ਕਾਰੋਬਾਰੀਆਂ ਦਾ ਜੇ ਕਰਜ਼ਾ ਮਾਫ ਹੋ ਸਕਦਾ ਹੈ ਤਾਂ ਕਿਸਾਨਾਂ ਦਾ, ਮਜ਼ਦੂਰਾਂ ਦਾ ਕਿਉਂ ਨਹੀਂ ਹੋ ਸਕਦਾ? ਹੈ ਨਾ, ਇਹ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ? ਮੈਂ ਉਹਦੇ ਹੱਕ 'ਚ ਨਹੀਂ ਹੈ। ਉਹਨਾਂ ਦਾ ਕਰਜ਼ਾ ਮਾਫ ਕਿਉਂ ਹੋਵੇ, ਮੈਂ ਉਹ ਸਪੋਰਟ ਨਹੀਂ ਕਰਦਾ ਜੀ। ਉਹ ਤਾਂ ਬੇਈਮਾਨੀ ਕਰਦੇ ਆ। ਸਮਝੇ ਨਾ?
ਫਿਰ ਕਰਜ਼ਾ ਤੇ ਜਿੰਨਾ ਕਰਜ਼ਾ ਵੀ ਲੈਣਾ ਹੁੰਦਾ ਉਹਦੇ ਨੂੰ ਜ਼ਿਆਦਾ ਬਣਾ ਕੇ ਸਾਰਾ ਪੈਸੇ ਲੈਂਦੇ ਉਸ ਤੋਂ ਥੋੜ੍ਹੀ ਦੇਰ ਤੋਂ ਬਾਅਦ ਇੱਕ ਬਣੋ ਕਹਿੰਦੇ ਦਿਵਾਲੀਆ ਕ੍ਰੀਏਟ ਕਰ ਦਿੰਦੇ ਆ ਜੀ। ਉਹ ਕੰਪਨੀਆਂ ਵਿਕ ਜਾਂਦੀਆਂ, ਦੂਜਾ ਹੁੰਦਾ ਫਿਰ ਉਹ ਵੀ ਕਰਜ਼ਾ ਲੈ ਲੈਂਦਾ। ਸਾਡਾ ਜਿਹੜਾ ਲੈਂਡਿੰਗ ਸਿਸਟਮ ਹੈ ਉਹ ਗਲਤ ਹੈ। ਦੇਖੋ ਜਿਹੜਾ ਅੱਜ ਫਾਰਮਰ ਨੂੰ 4% ਸਬਵੈਂਸ਼ਨ ਮਿਲਦੀ ਹੈ ਨਾ, ਉਹ ਮੇਰੀ ਰਿਕਮੈਂਡੇਸ਼ਨ ਹੈ ਇੰਦਰ ਬੈਂਕ ਨੂੰ। ਮੈਂ ਉਹਨੂੰ ਕਿਹਾ ਸੀ ਵੀ ਜਿਹੜਾ ਬੰਦਾ ਟਾਈਮ 'ਤੇ ਵਾਪਸ ਕਰਦਾ ਉਸ ਬੰਦੇ ਨੂੰ 4% ਸਬਵੈਂਸ਼ਨ ਦੇ ਦਿਓ। ਦੋ ਚੀਜ਼ਾਂ ਮੈਂ ਹੋਰ ਕਹੀਆਂ ਸੀ ਕਿ ਜਿਹੜਾ ਫਾਰਮਰ ਦੇ 5 ਏਕੜ ਜ਼ਮੀਨ ਅਤੇ ਇੱਕ ਘਰ, ਇਹ ਕੋਲੈਟਰਲ ਨਹੀਂ ਹੋਣਾ ਚਾਹੀਦਾ। ਕੁਝ ਵੀ ਹੋ ਜਾਏ ਇੱਜ਼ਤ ਨਹੀਂ ਹੋਣੀ ਚਾਹੀਦੀ ਹੈ। ਤੀਜੀ ਮੈਂ ਕਿਹਾ ਸੀ ਵੀ ਜੇ ਇੱਕ 100 ਰੁਪਈਆ ਲੈ ਕੇ ਫਾਰਮਰ ਨੇ 200 ਰੁਪਈਆ ਦੇਤਾ, ਵਾਪਸ ਕਰਤਾ, ਭਾਵੇਂ 10 ਸਾਲਾਂ 'ਚ ਕੀਤਾ, ਉਹਨੂੰ ਡਿਲੀਟ ਕਰ ਦਿਓ। ਉਹ ਸਿਸਟਮ ਹੁੰਦਾ, ਉਹਦੇ ਮੁਤਾਬਕ ਕਰੋ। ਲੇਕਿਨ ਇੱਥੇ ਸਿਸਟਮ ਹੀ ਕੋਈ ਨਹੀਂ। ਮਾਫ ਕਰ ਦਿੱਤਾ ਜੀ ਅਸੀਂ, ਆਹ ਕਰਤਾ ਜੀ ਅਸੀਂ। ਉੱਪਰ ਦੇਖੋ ਤੁਸੀਂ ਵੀ ਜਾਂਦਾ ਕਿਤੇ ਪੈਸਾ, ਉਹ ਤੁਸੀਂ ਪੈਸਾ ਵੀ ਤਬਾਹ ਕਰੀ ਜਾਂਦੇ ਆ ਜੇ ਲੋੜ ਕੋਈ ਜਾਂਦਾ ਨਹੀਂ। ਇਹ ਲਿਮਿਟ ਹੀ ਕਿਉਂ ਬਈ 2 ਲੱਖ ਤੱਕ ਕਰਨਾ? ਇੱਕ ਬੰਦਾ ਸਹੀ ਮਿਹਨਤ ਦੁਖੀ ਆ, ਫਸ ਗਿਆ, ਆਪਣੀ ਗਲਤੀ ਨਹੀਂ ਹੈ, ਉਹਦੀ ਮਦਦ ਕਰੋ। ਚਾਹੇ ਉਹ ਲੇਬਰਰ ਹੈ, ਚਾਹੇ ਉਹ ਫਾਰਮਰ ਹੈ, ਚਾਹੇ ਕੋਈ ਗਰੀਬ ਪੈਸਾ ਲੈਣ ਵਾਲਾ ਜਾਂ ਕੋਈ ਕਿਸੇ ਵੀ ਪੈਕਟ ਨੂੰ ਬਿਲੋਂਗ ਕਰਦਾ। ਯੂ ਹੈਲਪ ਦੀ ਰਾਈਟ ਪਰਸਨ। ਜਿਹੜਾ ਮੁਸ਼ਕਿਲ ਫਸਿਆ, ਸੁਸਾਇਟੀ ਦਾ ਫਰਜ਼ ਬਣਦਾ ਉਹਨੂੰ ਹੈਲਪ ਕਰੇ। ਜਿਹੜਾ ਬੰਦਾ ਬੇਈਮਾਨ ਹੈ ਉਹਨੂੰ ਕਿਉਂ ਨਹੀਂ ਫੜਦੇ? ਜੋ ਸਭ ਇੱਕ ਇਹ ਆ ਕਿ ਬਹੁਤ ਸਾਰੀਆਂ ਸੰਸਥਾਵਾਂ ਇਹੋ ਜਿਹੀਆਂ ਬਣਾਈਆਂ ਸੀ, ਜਿੱਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਉਹਨੇ ਦੇਖਣਾ ਸੀ ਕਿ ਕਿਸਾਨ ਦੀ ਖੇਤੀਬਾੜੀ ਕਿਸ ਤਰੀਕੇ ਨਾਲ ਸੁਧਰੇ ਅਤੇ ਉਹਦੇ ਵਿੱਚ ਸੁਧਾਰ ਕਿਹੜੇ ਸੁਧਾਰਾਂ ਦੀ ਲੋੜ ਹੈ, ਮਤਲਬ ਉਹਨੇ ਦੇਖਣਾ ਸੀਗਾ। ਉਹ ਇਹੋ ਜਿਹੀਆਂ ਸੰਸਥਾਵਾਂ ਲਗਾਤਾਰ ਨਿਘਾਰ ਵੱਲ ਗਈਆਂ, ਚਾਹੇ ਉਹ ਆਰਥਿਕਤਾ ਦੇ ਪੱਖੋਂ ਹੋਈ, ਕਿਉਂਕਿ ਉੱਥੇ ਰਿਸਰਚ ਸਕੋਲਰਾਂ ਨੂੰ ਹੁਣ ਤਨਖਾਹ ਨਹੀਂ ਮਿਲਦੀ, ਪੈਸੇ ਨਹੀਂ ਮਿਲਦੇ, ਉੱਥੇ ਪ੍ਰੋਫੈਸਰਾਂ ਨੂੰ ਜਿਹੜੇ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਤਾਂ ਕੰਮ ਕਿੱਦਾਂ ਹੋਏਗਾ? ਇਹ ਸਾਰੇ ਨਿਘਾਰ ਵਾਸਤੇ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ? ਦੇਖੋ ਜਿਹੜੀ ਐਜੂਕੇਸ਼ਨ ਹੈ ਔਰ ਹੈਲਥ ਹੈ, ਇਹ ਗੌਰਮੈਂਟ ਦੀ ਕੋਈ ਪ੍ਰਾਇੋਰਟੀ ਨਹੀਂ ਇਹਦੇ 'ਚ, ਸਮਝੇ ਨਾ। ਇੱਦਾਂ ਹੀ ਐਗਰੀਕਲਚਰ ਦੀ ਤੁਸੀਂ ਇਸ ਵੇਲੇ ਸਮਝਦੇ ਹੋ ਕਿ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਈਸ ਚਾਂਸਲਰ ਹੈ ਨਹੀਂ, ਰਜਿਸਟਰਾਰ ਹੈ ਨਹੀਂ, ਡਾਇਰੈਕਟਰ ਰਿਸਰਚ ਹੈ ਨਹੀਂ, ਉਹ ਸਭ ਐਡਹੋਕ ਲਾਏ ਹੋਏ ਆ। ਜੇ ਇਸ ਦੀ ਹਾਲਤ ਇਹ ਆ, ਪੈਸੇ ਮਸੀਆਂ ਕੋ ਪੂਰੇ ਹੁੰਦੇ ਆ ਪੈਨਸ਼ਨਾਂ ਦੇ, ਉਹਨਾਂ ਦੇ ਕਰਕੇ ਉਹ ਕੀ ਰਿਸਰਚ ਕਰ ਲੈਣਗੇ? ਉਹ ਤਾਂ ਵਿਚਾਰੇ ਬਾਹਰੋਂ ਲਿਆਉਂਦੇ ਆ ਪ੍ਰੋਜੈਕਟ ਪੈਸਿਆਂ ਦਾ, ਉਹ 'ਤੇ ਜੋ ਰਿਕਮੈਂਡ ਕਰਦੇ ਆ। ਯੂਨੀਵਰਸਿਟੀ ਦਾ ਕੀ ਕਸੂਰ ਹੈ? ਮੈਂ ਉਹ ਦਿਨ ਦੇਖਿਆ ਜਦ ਵਾਈਸ ਚਾਂਸਲਰ ਆ ਕੇ ਬਹਿ ਜਾਂਦਾ ਇੱਥੇ, ਇਕੱਲੇ ਨੂੰ ਪੁੱਛਦਾ ਸੀਗਾ ਆਪਣਾ ਦੱਸ ਕੀ ਤੱਕ। ਈਵਨ ਚੀਫ ਮਿਨਿਸਟਰ ਸਰਦਾਰ ਕੈਰੋਂ ਆ ਕੇ ਬਹਿ ਜਾਂਦੇ ਹਰ 2-3 ਮਹੀਨੇ, ਉਹ ਇਕੱਲੇ ਹੈਡ ਆਫ ਡਿਪਾਰਟਮੈਂਟ ਦੱਸ ਤੂੰ ਕੀ ਕੀਤਾ ਫਾਰਮਰ ਲਈ? ਕਿਸੇ ਨੇ ਬਾਤ ਪੁੱਛੀ ਇਹਨਾਂ ਦੀ? ਉਹ ਜੋ ਪੈਸਾ ਮੰਗਦੇ ਉਹ ਦਿੰਦਾ ਸੀ। ਔਰ ਯੂਨੀਵਰਸਿਟੀ ਦੇ ਗ੍ਰੀਨ ਰੈਵੋਲੂਸ਼ਨ ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਇਹਨਾਂ ਨੇ ਕੰਮ ਕੀਤਾ। ਹੈਲਪ ਦੀ ਫਾਰਮਰ ਆਪਣਾ ਰਿਸਰਚਰ ਉਹ ਕਰੇਗਾ, ਪੈਸੇ ਉਹਨੂੰ ਨਹੀਂ ਦੇਣੇ ਹੈ, ਟਾਈਮ ਸਿਰ ਤਨਖਾਹ ਨਹੀਂ ਦੇਣੀ, ਤਾਂ ਫਿਰ ਕੀ ਕੰਮ ਕਰੂਗਾ? ਤਾਂ ਉਹਨੂੰ ਵਕਤ ਪਿਆ, ਸਮਝਣਾ। ਸੋ ਇੱਕ ਜੀ ਐਜੂਕੇਸ਼ਨ ਦੇਖ ਲਓ ਕੀ ਹਾਲਤ ਹੈ। ਆਹ ਕਰਤਾ ਜੀ, ਫਸਟ ਕਰਤਾ ਜੀ, ਸੈਕਿੰਡ ਕਰਤਾ ਜੀ, ਉਹ ਕਰਤਾ। ਕੀ ਸਾਡੀ ਐਜੂਕੇਸ਼ਨ ਦੀ ਹਾਲਤ ਕੀ ਹੈ? ਲੋਕ ਬਾਹਰ ਨੂੰ ਤੁਰੇ ਜਾਂਦੇ ਆ। ਕਿਉਂ ਜਾਂਦੇ ਆ? 2 ਫੈਕਟਰ ਨੇ। ਇੱਕ ਤਾਂ ਸਾਡੀ ਐਜੂਕੇਸ਼ਨ ਦੀ ਵੈਲਿਊ ਕੋਈ ਨਹੀਂ। ਇੱਥੇ MCA ਜਿਹੜੇ ਨੇ ਆਪਣਾ MBS ਆਪਣਾ MBA ਵਾਲੇ, ਉਹ ਜਿਹੜੇ 10-10 ਹਜ਼ਾਰ ਤੇ 5 ਕੰਮ ਕਰਦੇ ਆ। ਆਹ ਜਿਹੜੇ ਕਲਾਸਾਂ ਆਪਣੀ ਹੈਗੀਆਂ ਨੇ ਕਾਲਜ, ਇਹਨਾਂ ਨੂੰ ਜਿਹੜਾ ਪ੍ਰਾਈਵੇਟ ਕਾਲਜ ਹੈ, ਕਾਲਜ ਦਾ 15-15 ਹਜ਼ਾਰ ਰੁਪਏ ਦਿੰਦੇ ਆ। ਗੌਰਮੈਂਟ ਆਪਣਿਆਂ ਨੂੰ ਯਾਰ ਪੈਸੇ ਨਹੀਂ ਦਿੰਦੇ। ਜੇ ਗੌਰਮੈਂਟ ਦੇ ਵਿੱਚ 3 ਸਾਲ ਜੀ ਤੁਸੀਂ ਇੱਥੇ ਕੰਮ ਕਰੋ, ਉਹ ਜੇ ਟੀਚਰ ਕੋ ਪੈਸੇ ਨਹੀਂ, ਉਹਨੂੰ ਸੈਟੀਸਫਾਈ ਨਹੀਂ ਕਰਨਾ, ਉਹਦੀ ਇਨਫਰਾਸਟਰਕਚਰ ਹੈ ਨਹੀਂ, ਤਾਂ ਕੀ ਪੜ੍ਹਾਈ ਹੋਊਗੀ? ਹੁਣ ਆਹ ਸਕੂਲਾਂ ਦਾ ਕਰਤਾ, ਖੈਰ ਮੈਂ ਤਾਂ ਗੌਰਮੈਂਟ ਨੂੰ ਦੇਣਾ ਚਾਹਾਂਗਾ 6 ਮਹੀਨੇ ਸਾਲ, ਗਲਤੀਆਂ ਵੀ ਹੋਣਗੀਆਂ, ਉਹਦਾ ਪ੍ਰੋਗਰੈਸ ਵੀ ਹੋਊਗੀ। ਇਮੀਡੀਏਟਲੀ ਤੁਸੀਂ ਕਮੈਂਟ ਕਰਨਾ ਪੜੇਗਾ, ਉਹਨੂੰ ਟਾਈਮ ਤਾਂ ਦਿਓ। ਹੁਣ ਇੱਕ ਗਲਤ ਉਹਨਾਂ ਨੇ ਕੀਤਾ, ਕਈ ਤੁਸੀਂ ਫੀਸਾਂ ਨਹੀਂ ਵਧਾ ਸਕਦੇ। ਹੁਣ ਸਾਡੇ ਕੋਲ DAV ਸਕੂਲ ਹੈ, ਮੈਂ ਐਗਜ਼ਾਮਪਲ ਦੱਸਦਾ। ਅਸੀਂ 7th ਗ੍ਰੇਡ ਦਿੱਤਾ ਹੈ ਟੀਚਰਸ ਨੂੰ, ਹੈ, ਔਰ 7th ਪੇ ਕਮਿਸ਼ਨ ਦਿੱਤਾ ਹੈ, ਅਤੇ ਗੌਰਮੈਂਟ ਹਾਲੇ ਪੰਜਾਬ ਨੇ ਨਹੀਂ ਦਿੱਤਾ। ਕੱਲਾ ਟੀਚਰ ਜਿਹੜਾ 80-90 ਹਜ਼ਾਰ ਤਨਖਾਹ ਲੈਂਦਾ, ਜੇ ਫੀਸਾਂ ਨਹੀਂ, ਫਿਰ ਇੰਸਟਰਕਚਰ ਨਹੀਂ ਬਣਾਉਣਾ ਤਾਂ ਫੀਸਾਂ ਵਧਾਏ ਬਿਨਾਂ ਕਿੱਦਾਂ ਹੋ ਜੂਗੀ? ਉਹ ਲਾ ਕੇ ਯਾਰ ਬਾਹਰ ਲੋਕ ਲੱਖਾਂ ਰੁਪਏ ਦਿੰਦੇ ਆ ਜਾ ਕੇ, ਇੱਥੇ 10 ਰੁਪਏ ਫੀਸ ਵਧਾ ਦਿਓ, ਹਾਲ ਹੋ ਜਾਂਦੀ ਹੈ। ਸੋ ਇੱਕ ਤਾਂ ਉਹ ਮਤਲਬ ਉਸ ਪਾਲਿਸੀ ਕੋਈ ਠੀਕ ਨਹੀਂ। ਮੈਂ 50 ਵਾਰੀ ਪਾਲਿਸੀਆਂ ਲਿਖਦੇ ਵੀ ਆਹ ਕੰਮ ਕਰੋ, ਹੈ, ਕੁਛ ਨਹੀਂ, ਕੋਈ ਨਹੀਂ ਸੋਚਦਾ। ਸੋ ਜਦ ਤੁਸੀਂ ਹੈਲਥ ਦੀ ਗੱਲ ਹੈ, ਗਰੀਬ ਆਦਮੀ ਤੇ ਜਿਹੜਾ ਹੈਲਥ ਨੂੰ ਉਹਨੂੰ ਤਾਂ ਮਰ ਜਾਣਾ ਸਸਤਾ ਪੈਂਦਾ ਇਸ ਮੁਲਕ ਦੇ ਵਿੱਚ।
ਕਿਉਂਕਿ ਜਿਹੜੀ ਤੁਹਾਡੀ ਟ੍ਰੇਨਿੰਗ ਹੈ ਉਹ ਇੰਨੀ ਕੋਸਟ ਕਰਦੀ ਹੈ ਕਿ ਉਸ ਕਰਕੇ ਡਾਕਟਰ ਇੱਕ ਵਾਰ ਟ੍ਰੇਨ ਕਰਕੇ ਆਉਂਦਾ ਕੋਈ ਪੈਸੇ ਨਾ ਕਮਾਵੇ ਤਾਂ ਕੀ ਕਰੇ। ਫਿਰ ਸਾਡੀ ਮਾਨਸਿਕਤਾ ਇਹ ਹੈ, ਮਾੜੀ ਜਿਹੀ ਗਲਤੀ ਵੀ ਨਹੀਂ ਹੁੰਦੀ, ਬੰਦਾ ਮਰ ਜਾਂਦਾ, ਉਹ ਡਾਕਟਰ ਦੇ ਕਰਦੇ ਮੁਕੱਦਮਾ ਹੈ। ਉਹ ਬੰਦਾ ਹੁਣ ਡਾਕਟਰ ਰੱਬ ਥੋੜ੍ਹਾ ਆ, ਉਹ ਆਪਣੀ ਕੋਸ਼ਿਸ਼ ਕਰ ਰਿਹਾ। ਸਾਡਾ ਫੇਥ ਹੀ ਟੁੱਟ ਗਿਆ, ਕਸਟਮਰ ਤੋਂ ਡਰ ਲੱਗਣ ਲੱਗ ਪਿਆ। ਔਰ ਸਾਡੇ ਟੀਚਰਾਂ ਦਾ ਇਹ ਆ, ਦੇਖੋ ਅਸੀਂ ਜਦ ਪੜ੍ਹਦੇ ਹੁੰਦੇ ਮਾਂ ਬਾਪ ਜਦ ਮਾਸਟਰ ਕੋਲ ਲੈ ਕੇ ਜਾਂਦੇ ਹੁੰਦੇ ਕਹਿੰਦੇ ਉਹਨੂੰ ਛੱਡ ਕੇ ਰੱਖੀ, ਸਮਝੇ ਨਾ। ਜੇ ਸਕੂਲ ਤੋਂ 2 ਚਪੇੜਾਂ ਪੈਂਦੀਆਂ ਤਾਂ ਘਰ 10 ਪੈਂਦੀਆਂ ਜਾ ਕੇ, ਐਸੇ ਸਿੱਧੇ ਹੋ ਗਏ। ਇੱਥੇ ਟੀਚਰ ਨੂੰ ਉਹ ਜਿਹੜਾ ਟੀਚਰ ਬੱਚੇ ਨੂੰ ਉਹ ਨਹੀਂ ਕਹਿ ਸਕਦਾ, ਸਮਝੇ ਨਾ। ਬੱਚੇ ਦੇ ਡਿਸਪਲਿਨ ਨਹੀਂ ਆਉਂਦਾ। MSP ਲੀਗਲ ਕਰਤੀ, ਇਹ ਤੋਂ ਵੱਡਾ ਡਿਜ਼ਾਸਟਰ ਨਹੀਂ ਹੋ ਸਕਦਾ। 24 ਮਤਲਬ 2 ਦਰਜਨ ਫਸਲਾਂ ਦੇ ਉੱਤੇ ਜਿਹੜੀ MSP ਅਨਾਉਂਸ ਕਰਦੇ ਆ। ਸੁਣੋ ਮੇਰੀ ਗੱਲ ਨੂੰ, MSP ਦਾ ਤਾਂ ਹੀ ਫਾਇਦਾ ਜੇ ਮਾਰਕੀਟ ਤੋਂ ਰੇਟ ਜ਼ਿਆਦਾ ਹੋਵੇ। ਦੂਜਾ ਫਾਇਦਾ ਕਿ ਉਹ ਮਾਰਕੀਟ ਦੇ ਰੇਟ ਤੋਂ ਜ਼ਿਆਦਾ ਉਹਨੂੰ ਪ੍ਰੋਕਿਓਰ ਕਰੇ ਗੌਰਮੈਂਟ, ਸਮਝੇ ਨਾ। ਪ੍ਰੋਕਿਓਰ ਕਰਕੇ ਜਿਹੜਾ ਉਹਨੂੰ ਸਟੋਰ ਕਰ ਸਕੇ, ਜਿਹੜੇ ਕਮ ਸੇ ਕਮ ਨੈਕਸਟ ਫਸਲ ਤੱਕ। ਇਹ 3 ਕੰਡੀਸ਼ਨਾਂ ਜ਼ਰੂਰੀ ਆ। ਤੀਜੀ ਹੈ ਗੌਰਮੈਂਟ ਦੀ ਲੋੜ ਨਹੀਂ। ਹੁਣ ਮੈਨੂੰ ਇਹ ਦੱਸੋ ਕਿ ਮਾਰਕੀਟ ਪ੍ਰਾਈਸ ਤੋਂ ਉੱਤੇ ਐਕਸਪੇਅਰ ਕਰੇ ਗੌਰਮੈਂਟ, ਉਹ ਕਿੱਥੇ ਭੇਜੂਗੀ? ਇਹ ਜਾ ਸਕਦੇ ਆ। ਗੌਰਮੈਂਟ ਨੂੰ MSP ਸਿਰਫ ਉਹਦੀ ਡਿਕਲੇਅਰ ਕਰਨੀ ਚਾਹੀਦੀ ਹੈ, ਜਾਂ MSP ਤੋਂ ਬਗੈਰ ਵੀ ਉਹ ਖਰੀਦ ਕਰੋ ਮਾਰਕੀਟ ਰੇਟ 'ਤੇ। ਜਿੱਦਾਂ ਮੈਂ ਦੱਸਿਆ ਕਿ ਪੈਸੇ ਫਾਰਮ ਨੂੰ ਦਿਓ, ਲੇਕਿਨ ਮਾਰਕੀਟ ਆਪਰੇਟ ਕਰਨ ਦਿਓ। ਪਰ ਆਪਾਂ ਦੇਖਿਆ ਹੈਗਾ MSP ਤੈਅ ਜ਼ਰੂਰ ਹੋ ਜਾਂਦੀ ਹੈ, ਪਰ ਉੱਤੇ ਖਰੀਦ ਨਹੀਂ ਹੁੰਦੀ। ਹੁਣ ਜੇ ਆਪਾਂ ਵਜ੍ਹਾ ਇਹੋ ਹੀ ਹੈ, 900 ਰੁਪਏ ਕਣਕ ਵਿਕ ਰਹੀ ਹੈ ਕਿਸਾਨ ਦੀ, ਕਿਸਾਨ ਜਾਵੇ ਤਾਂ ਜਾਵੇ। ਵਜ੍ਹਾ ਇਹੋ ਹੀ ਹੈ ਕਿ ਅਨਾਊਂਸ ਕਰ ਦਿੰਦੇ, ਪ੍ਰੋਕਿਓਰ ਨਹੀਂ ਕਰਦੇ। ਇੱਕ ਵਾਰੀ ਮੈਨੂੰ ਪ੍ਰਾਈਮ ਮਿਨਿਸਟਰ ਨੇ, ਮੈਂ 4 ਪ੍ਰਾਈਮ ਮਿਨਿਸਟਰ ਐਡਵਾਈਜ਼ਰ ਰਿਹਾ ਮੈਂ ਜੀ। ਸਾਡੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਪੁੱਛਿਆ ਵੀ ਇੱਕ ਬੰਗਾਲ ਦੇ ਵਿੱਚ ਬੜੀ ਵੀਟ ਪ੍ਰੋਡਿਊਸ ਹੋਈ ਸੀ, 2 ਸਾਲ ਕਿਉਂ ਨਹੀਂ ਹੋਈ? ਮੈਂ ਕਿਹਾ ਇਹਦੇ ਦਾ ਆਨਸਰ ਕੀ ਹੈ? ਉਹ ਬੜੀ ਥੰਮੀਆਂ ਬੜੀ ਜੀ, ਇਨਵੈਸਟੀਗੇਟ ਕਰੋ ਜੀ। ਮੈਂ ਕਿਹਾ ਇਨਵੈਸਟੀਗੇਟ ਕੀ ਕਰਨਾ? ਉਹਨੇ ਪ੍ਰੋਡਿਊਸ ਕੀਤੀ, ਚੱਕੀ ਨਹੀਂ ਜੋ ਬੰਦ ਕਰਤੀ ਉਹਨੇ। ਉਹ MSP ਦਾ ਫਾਇਦਾ ਕੀ ਹੈ ਜੇ ਉਹਨੂੰ ਪ੍ਰੋਕਿਓਰ ਨਹੀਂ ਕਰਨਾ? ਸਵਾਲ ਤਾਂ ਇਹ ਹੈ ਜੀ। ਔਰ MSP ਦਾ ਕੀ ਫਾਇਦਾ ਜਿਹੜੀ ਮਾਰਕੀਟ ਤੋਂ ਜ਼ਿਆਦਾ ਹੁੰਦੀ? ਇਹ ਨਹੀਂ ਹੋ ਸਕਦਾ ਐਂਡ ਸ਼ੁੱਡ ਨਾਟ ਬੀ ਡਨ। ਫਾਰਮਰ ਦੇ ਸਮਝਦਾ ਨੂੰ ਸਮਝਾਉਣਾ ਹੈ ਨਹੀਂ ਕੋਈ ਵੀ। ਸਵਾਲ ਤਾਂ ਫਾਰਮਰ ਦੀ ਇਕਨੋਮੀ ਦਾ ਹੈ। ਦੂਜੀ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਪ੍ਰਾਈਸ ਸਿਰਫ ਉਹਨੂੰ ਫਾਇਦਾ ਜਿਹਦੇ ਕੋਲ ਪ੍ਰੋਡਿਊਸ ਵੇਚਣ ਨੂੰ ਹੈਗੀ ਆ। ਉਹ ਉੱਥੇ ਜਿਹੜੇ ਕੋਈ ਫਾਰਮਰ ਜਿਹੜੇ ਸਮਾਲ ਮੀਡੀਅਮ ਫਾਰਮਰ ਹੈਗੇ ਮਾਰਜਨਲ, ਉਹਨਾਂ ਕੋਲ ਵੇਚਣ ਨੂੰ ਕੁਛ ਨਹੀਂ। ਕਿੰਨੀ ਕੀਮਤ ਵਧਾ ਦੇਂਗੇ ਉਹਨਾਂ ਦੀ? ਇਹ ਤਾਂ ਫਾਇਦਾ ਹੁੰਦਾ ਉਹਨਾਂ ਨੂੰ ਜਿਹੜੇ 1000-100 ਕੁਇੰਟਲ ਚੱਲਦੀ ਹੈ, ਉਹਨਾਂ ਫਾਇਦਾ ਹੈਗਾ। ਉਹਨਾਂ ਦੇ ਨਾਂ 'ਤੇ ਜਿਹੜੇ ਵੱਡੇ ਉਹ ਖਾਈ ਜਾਂਦੇ ਆ। ਜਿਹੜੇ ਸਮਾਲ ਫਾਰਮਰ ਹੈ, 80-84% ਫਾਰਮਰ ਹਿੰਦੁਸਤਾਨ 'ਚ ਹੋਣੀ ਹੈ, ਇੱਕ ਕੰਟਰੀ ਤਾਂ ਇੱਕ ਸਟੇਟ ਦਾ ਨਹੀਂ। 84 ਫਾਰਮਰ ਜਿਹੜੇ ਆ ਉਹ ਸਮਾਲ ਮੀਡੀਅਮ ਫਾਰਮਰ ਹੈ। ਉਹਨਾਂ 'ਚ 25% ਐਸੇ ਆ ਜਿਹੜੇ ਹਾਰਵੈਸਟ ਵੇਲੇ ਵੇਚਦੇ ਆ, ਉਹੀ ਪ੍ਰੋਡਿਊਸ ਬਾਅਦ ਵਿੱਚ ਲੈਂਦੇ ਆ। ਕਿਉਂ ਵੇਚਦੇ ਆ? ਉਹਨੇ ਕਰਜ਼ਾ ਲਿਆ, ਪ੍ਰਾਈਵੇਟ ਬੰਦੇ ਦਾ ਕਰਜ਼ਾ ਲਿਆ, ਉਹ ਵਾਪਸ ਕਰਨੇ ਪੈਸੇ, ਉਹ ਡਿਸਟ੍ਰੈਸ ਦੇ ਵਿੱਚ ਹੈ। ਉਹ ਮੈਨੂੰ ਦੱਸੋ ਉਹਨਾਂ ਨੂੰ MSP ਦਾ ਕੀ ਫਾਇਦਾ? ਹਰ ਪ੍ਰਾਈਸ ਕਿੰਨੀ ਕੁ ਪ੍ਰਾਈਸ ਕਰਾ ਦਾਂਗੇ? ਉਹ ਦੂਸਰੇ ਆਨਸਰ ਨੇ। ਜਦ ਮੈਂ ਡਾਇਰੈਕਟ ਸਬਸਿਡੀ ਕਹਿ ਰਿਹਾ, ਉਹਨੂੰ ਤੁਸੀਂ ਗ੍ਰੇਡ ਕਰੋ, ਛੋਟੇ ਨੂੰ ਜ਼ਿਆਦਾ ਫਾਇਦਾ ਦਿਓ। ਜਿਹਨਾਂ ਕੋਲ ਪਾਣੀ ਹੈ ਨਹੀਂ, ਟਿਊਬਵੈੱਲ ਹੈ ਨਹੀਂ, ਉਹਨਾਂ ਨੂੰ ਦੱਸੋ ਫਰੀ ਬਿਜਲੀ ਦਾ ਕੀ ਫਾਇਦਾ? ਉਹ ਫਾਰਮਰ ਹੈ ਜਿਹਨਾਂ ਦੀ ਮਦਦ ਕਰਨ ਦੀ ਲੋੜ ਹੈ। ਉਹਨਾਂ ਦੀ ਕਿੱਦਾਂ ਮਦਦ ਹੋ ਸਕਦੀ? ਮਦਦ ਇਹ ਜਿੱਦਾਂ ਮੈਂ ਡਾਇਰੈਕਟ ਸਬਸਿਡੀ ਉਹਨਾਂ ਨੂੰ ਜ਼ਿਆਦਾ ਦਿਓ। ਜਿੱਦਾਂ ਸੈਂਟਰ ਦੇ ਰਿਹਾ, ਸਟੇਟ ਨੂੰ ਵੱਖਰੀ ਤਰ੍ਹਾਂ ਦੀ ਸਬਸਿਡੀ ਦੇਣੀ ਚਾਹੀਦੀ ਹੈ। ਸਟੇਟ ਵੀ ਦੇ ਰਿਹਾ ਜਿੱਦਾਂ ਬਿਜਲੀ ਤੇ ਜਿਹੜੀ ਗੌਰਮੈਂਟ MSP ਦਿੰਦੀ ਆ, ਫਿਰ ਉਹ ਗੌਰਮੈਂਟ ਇਹ ਡਾਇਰੈਕਟ ਕਰੇ, ਉਹਨੂੰ ਮਾਰਕੀਟ ਛੱਡੇ, ਬਾਕੀ ਚੱਲਣ ਨੂੰ ਆਪੇ ਪੈਸੇ ਠੀਕ ਹੋ ਜਾਊ। ਇਹ ਤਾਂ ਬੜੀ ਸਿੰਪਲ ਸੋਲੂਸ਼ਨ ਹੈ, ਪਰ ਗੌਰਮੈਂਟ ਦੀ ਨੀਤ ਨਹੀਂ ਹੈ ਕਰਨ ਦੀ, ਜਾਂ ਗੌਰਮੈਂਟ ਡਰਦੀ ਹੈ ਤਾਂ ਸਟਰੋਂਗ ਐਕਸ਼ਨ ਨਹੀਂ ਲੈ ਸਕਦੇ। ਹੁਣ ਜੇ ਇਸ ਬੰਦੇ ਦੇ 2 ਏਕੜ ਮਿਲੇ, 1 ਏਕੜ ਕਿੰਨੀ ਕੁ ਕੀਮਤ ਦੇ ਦਿਓਗੇ ਯਾਰ? ਉਹਨੂੰ ਲੋੜ ਹੈ ਡਾਇਰੈਕਟ ਕੰਟਰੋਲ ਦੀ, ਉਹਨੂੰ ਪੈਸੇ ਦਿਓ, ਸਮਝੇ ਨਾ, ਤਾਂ ਕਿ ਉਹਦੀ ਇਨਕਮ ਵਧੇ। ਇਨਕਮ ਸਪੋਰਟ ਸਿਸਟਮ ਦੇ ਵਿੱਚ ਉਹਨੂੰ ਪੈਸੇ ਦਿਓ, ਸਮਝੇ ਨਾ। ਉਹ ਛੋਟੇ ਬੰਦੇ ਨੂੰ ਜਿਹੜਾ ਆ ਉਹ ਜ਼ਿਆਦਾ ਦਿਓ, ਵੱਡੇ ਨੂੰ ਭਾਵੇਂ ਅਖੀਰ 'ਤੇ ਜਾ ਕੇ ਨਾ ਦਿਓ। ਮੈਨੂੰ ਇਹ ਦੱਸੋ, ਜਿਹੜਾ ਬੰਦਾ 2000 ਏਕੜ ਦੇ ਆਲੂ ਲਾਉਂਦਾ ਆ, ਦਰਜਨਾਂ ਟਿਊਬਵੈੱਲ ਹੈ, ਦਰਜਨਾਂ ਉਹਦੇ ਕੋਲ ਟਰੈਕਟਰ ਹੈ, ਉਹਨੂੰ ਫਰੀ ਬਿਜਲੀ ਲੋੜ ਹੈ? ਵਾਈ? ਫਰੀ ਦੇ ਪੈਸੇ ਤਾਂ ਉਹਨੂੰ ਲੋੜ ਹੈ ਜਿਹਨਾਂ ਕੋਲ ਟਿਊਬਵੈੱਲ ਹੈ ਨਹੀਂ, ਜਿਹੜੇ ਛੋਟੇ ਆ ਉਹ ਭੁੱਖੇ ਮਰਦੇ ਆ, ਸਮਝੇ ਨਾ। ਉਹਨਾਂ ਨੂੰ ਇਕੱਠੇ ਲੈ ਕੇ ਬਰਗਲਾ ਕੇ ਐਜੀਟੇਸ਼ਨ ਲਾ ਦਿੰਦੇ ਆ। ਸੋ ਸਵਾਲ ਤਾਂ ਹੈ ਕਿ ਫਾਰਮਰ ਇੱਕ ਕੈਟੇਗਰੀ ਥੋੜ੍ਹੀ ਹੈ ਯਾਰ।
ਵੱਡੇ ਫਾਰਮਰ ਹੈ, ਮੀਡੀਅਮ ਫਾਰਮਰ ਹੈ, ਛੋਟੇ ਫਾਰਮਰ ਹੈ, ਹਰ ਗਰੁੱਪ ਦੀ ਜਿਹੜੀ ਆਪਣੀ ਆਪਣੀ ਪ੍ਰੋਬਲਮ ਹੈ। ਇੱਥੇ ਇੱਕ ਸਵਾਲ ਇਹ ਖੜਾ ਹੁੰਦਾ, ਕਿਸਾਨ ਜਥੇਬੰਦੀਆਂ ਦਾ ਇਹ ਖਦਸ਼ਾ ਹੈ ਕਿ ਜੇ ਪ੍ਰਾਈਵੇਟ ਪਲੇਅਰ ਆਊਗਾ ਤਾਂ ਆਪਣੀ ਘੱਟ ਉੱਤੇ ਦੇਖੋ ਖਰੀਦੂਗਾ। ਜਿੱਦਾਂ ਮੰਨ ਲਓ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਸੇਬ ਦੇਖਿਆ, ਉੱਥੇ 20 ਰੁਪਏ 30 ਰੁਪਏ ਦੇ ਖਰੀਦ ਕੇ 100 ਰੁਪਇਆ 200 ਰੁਪਇਆ ਨੂੰ ਜਿਹੜਾ ਸੇਬ ਉਹ ਵਿਕ ਰਿਹਾਗਾ। ਤੁਹਾਨੂੰ ਲੱਗਦਾ ਲੁੱਟ ਹੋ ਰਹੀ ਹੈ? ਉਹਦੇ ਉੱਤੇ ਨਿਗਰਾਨੀ ਕੌਣ? 100 ਕਰ ਰਿਹਾ ਉਹ ਰਿਟੇਲਰ ਕਰ ਰਿਹਾ, ਉਹ ਬੜੀਆਂ ਬੜੀਆਂ ਕਾਰਪੋਰੇਸ਼ਨਾਂ ਨਹੀਂ ਕਰ ਰਹੀਆਂ, ਉਹ ਰਿਟੇਲਰ ਕਰ ਰਿਹਾ। ਉੱਥੋਂ ਆਉਂਦੀ ਜਿਹਨੂੰ ਜਾਂਦੇ ਮੈਂ ਪ੍ਰਾਈਵੇਟ ਉਹਦੇ ਲੱਗਾ ਹੀ ਹੋਈ ਹੁੰਦੀ ਹੈ। ਪ੍ਰਾਈਵੇਟ ਤਾਂ ਸਾਰੇ ਪ੍ਰਾਈਵੇਟ ਹੀ ਹੈ, ਹੈ ਕਿਹੜਾ ਗਵਰਨਮੈਂਟ ਤਾਂ ਨਹੀਂ ਥੋੜ੍ਹੀ ਖਰੀਦੀ ਕਿਸੇ ਬੰਨੇ। ਪ੍ਰਾਈਵੇਟ ਨੂੰ ਜੋ ਫਾਰਮਰ ਜੋ ਵੇਚਦਾ ਆ ਉਹਨੂੰ ਤਾਂ ਮੰਡੀ ਲਿਜਾ ਕੇ ਦੇ ਦੇਣੇ ਆ। ਫਿਰ ਸਰਕਾਰ ਬੈਲੈਂਸ ਕਿੱਦਾਂ ਕਰੇ ਕਿ ਇੱਕ ਜਿਹੜੀ ਕੋਈ ਵੀ ਫਸਲ ਭਾਵੇਂ ਨਾ ਜਾਵੇ ਉਹ ਹਰ ਇੱਕ ਗਰੀਬ ਤੱਕ ਵੀ ਪਹੁੰਚੇ? ਜਿਹੜੇ ਪ੍ਰਾਈਵੇਟ ਪਲੇਅਰ ਨੇ ਨਾ ਥੱਲੇ ਮੰਡੀਆਂ 'ਚ ਆਪਰੇਟ ਕਰਦੇ ਆ, ਜਿਹੜੇ ਉਹਨਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ। ਇੱਥੇ ਤਾਂ ਕਾਰਟੇਲ ਬਣੇ ਹੋਏ ਆ ਕਿ ਜਿਹੜਾ ਛੋਟਾ ਰੇਹੜੀਆਂ ਵਾਲਿਆਂ ਨੇ ਸਾਨੂੰ ਡਿਸਾਈਡ ਕਰ ਲੈਣਾ ਪੈਸੇ ਲੈ ਕੇ ਇੰਨੇ ਦੇਣੇ, ਇਸ ਇਲਾਕੇ 'ਚ ਇੰਨੀ ਦੇਣੇ, ਲੈ ਕੇ ਦੇਣੀ ਆ। ਉਹਨਾਂ ਕਿਸੇ ਕਰਕੇ ਦੇ ਲਓ, ਕਾਨਾ ਘੱਟ ਨਹੀਂ ਕਰਦੇ। ਉਹਦਾ ਇਲਾਜ ਕਰੋ, ਉਹ ਇਲਾਜ ਤਾਂ ਹੈ ਨਹੀਂ। ਸਾਰਾ ਬੋਝ ਜਿਹੜਾ ਨਜ਼ਲਾ ਜਿਹੜਾ ਫਾਰਮਰ 'ਤੇ ਗਿਰਨ ਡਿਆ, ਬਿਲਕੁਲ ਸਹੀ, ਖਾਸ ਕਰਕੇ ਛੋਟੇ ਫਾਰਮਰ 'ਤੇ ਗਿਰ ਰਿਹਾ। ਉਹ ਗਰੀਬ ਕਿੱਥੇ ਜਾਵੇ ਯਾਰ? ਹੈਂ, ਪ੍ਰੋਡਿਊਸ ਕਰਦਾ, ਕਈ ਵਾਰੀ ਫਸਲ ਵਾਹੁਣੀ ਪੈਂਦੀ ਆਪਣੀ। ਦੁੱਧ ਦਾ 4 ਕੁਇੰਟਲ ਵੱਧ ਹੋ ਜਾਂਦਾ ਤਾਂ ਸੜਕਾਂ ਡੋਲਦੇ ਆ, ਆਲੂ 4 ਪੈਸੇ ਪੈ ਜਾਂਦੇ ਆ, ਸੜਕਾਂ 'ਤੇ ਰੁਲਦੇ ਆ। ਇਹ ਫਾਰਮਰ ਦੀ ਕੰਡੀਸ਼ਨ ਹੈ। ਸੋ ਉਸ ਨੂੰ ਦੇਖਣ ਦੀ ਬਜਾਏ ਇਹ ਆ ਜਿਹੜਾ ਜੋ ਪੋਲੀਟਿਕਸ ਨੂੰ ਬੰਦ ਕਰੋ ਇਹੋ ਜਿਹੀ ਨੂੰ। ਫਾਰਮਰ ਤਾਂ ਸਮਝਦਾ ਉਹਨੇ ਅਤਕੀ ਲਾ ਕੇ ਰੱਖ ਦਿੱਤੇ ਸਾਰੇ, ਜਮਾਤਾਂ ਜਮਤ ਕਰਾਤੀਆਂ, 1.5 ਦੀ ਮਸੀਤ ਜਿਹੜੇ ਲਈ ਫਿਰਦੇ ਉਹ ਢਹਿ ਗਈਆਂ ਸਾਰੀਆਂ ਹੀ। ਅਲਟੀਮੇਟਲੀ ਜਿਹੜਾ ਸੱਚ ਹੈ ਉਹ ਨਿਕਲਦਾ। ਮੈਂ ਜਦ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ, ਮੈਨੂੰ ਗਾਲਾਂ ਕੱਢ 30 ਪੈਣ ਦੀਆਂ ਗਾਲਾਂ ਕੱਢੀਆਂ ਮੈਨੂੰ ਕਰਕੇ ਆਪਣੀ ਬੰਦ ਕੀਤੀ। ਮੈਂ ਚੈਲੰਜ ਕਰਦਾ ਸੀ ਇਹਨਾਂ ਨੂੰ ਵੀ ਮੇਰੇ ਕੋਲ ਆ ਜਾਓ, ਜੇ ਤੁਹਾਨੂੰ ਨਾ ਸਮਝਾ ਸਕਾਂ, ਤੁਹਾਨੂੰ ਨਾ ਦੱਸ ਸਕਾਂਗੇ ਕਿ ਮੈਨੂੰ ਕੀ ਚੀਜ਼ ਹੈ, ਮੈਂ ਤੁਹਾਡੇ ਨਾਲ ਬਹਿ ਜਾਊਂਗਾ ਜਾ ਕੇ। ਹੁਣ ਗੱਲ ਹੀ ਨਹੀਂ ਕਰਦੇ ਆਉਂਦੇ ਉਹਨਾਂ ਜਿਹੜੇ ਬੰਦੇ ਮੇਰੇ ਕੋਲ ਕਨਵਿੰਸ ਹੋ ਗਏ। ਮੈਨੂੰ ਕੋਈ ਡਾਕਟਰ ਅੱਗੇ ਲੱਗੋ, ਮੈਂ ਕਿ ਮੈਂ ਪੋਲੀਟੀਸ਼ੀਅਨ ਨਹੀਂ। ਮਾਹੌਲ ਹੀ ਖਤਮ ਕਰਤਾ ਦੀ ਗੱਲ ਸੁਣਨ ਦਾ। ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਸਰਕਾਰਾਂ ਦੇ ਬੜੇ ਨੇੜੇ ਹੋ, ਬੀਜੇਪੀ ਦੇ ਨੇੜੇ। ਤੁਹਾਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਤੁਸੀਂ ਵਕਾਲਤ ਕਰ ਰਹੇ ਹੋ। ਉਸ ਵੇਲੇ ਤੁਹਾਡੇ 'ਤੇ ਇਲਜ਼ਾਮ ਵੀ ਲੱਗੇ। ਇਲਜ਼ਾਮ ਲੱਗਦੇ ਆ, ਪਰ ਜੇ ਮੈਂ ਸੱਚ ਬੋਲੂੰਗਾ ਤਾਂ ਕਿਸੇ ਨੇ ਹੱਕ ਜਾਣਾ, ਕਿਸੇ ਦੇ ਅਗੇਂਸਟ ਜਾਣਾ, ਸਮਝੇ ਨਾ। ਤਾਂ ਮੈਂ ਤਾਂ ਕਿਸੇ ਨਾਲ ਵੀ ਨਹੀਂ ਹੈ, ਨਾ ਬੀਜੇਪੀ 'ਚ ਹੈ, ਨਾ ਮੈਂ ਕਾਂਗਰਸ 'ਚ ਹੈ, ਨਾ ਅਤੇ ਸਾਡੇ ਲੀਡਰ ਜਿਹੜੇ ਮੈਨੂੰ ਇਹ ਕਿਹਾ ਸੀ ਕਿ ਲੀਡਰ ਦਾ ਕੰਮ ਹੁੰਦਾ ਲੀਡ ਕਰਨਾ, ਮਹਾਨ ਮਗਰ ਲੱਗਣਾ ਨਹੀਂ ਹੁੰਦਾ। ਉਹ ਕਾਂਗਰਸ ਨੇ ਵੀ ਡਰ ਮਾਰੇ ਨੇ ਕਰਤਾ। ਉਹ ਭਗਵਤ ਵੀ ਆਪ ਤਾਂ ਐਕਟ ਪਾਸ ਕੀਤੇ ਪਹਿਲਾਂ। ਉਹਨੇ ਅਮਰਿੰਦਰ ਸਿੰਘ ਨੇ ਜਿਹੜਾ ਪ੍ਰਾਈਵੇਟ ਪਲੇ ਕੀਤਾ ਹੈ, ਅਮਰਿੰਦਰ ਸਿੰਘ 2005 ਵਿੱਚ ਕੀਤਾ ਇਹਨੇ। ਹੈਂ, ਫਿਰ ਅਜੇ ਅਕਾਲੀਆਂ ਨੇ 2012-13 ਦੇ ਵਿੱਚ ਇੱਕ ਕੰਟਰੈਕਟ ਐਕਟ ਬਣਾਇਆ। ਮੋਦੀ ਨੇ ਤਾਂ ਨਕਲ ਮਾਰ ਕੇ ਬਾਗੇ ਦੇਸ਼ ਚਲਾਇਆ। ਉਦੋਂ ਹੀ ਕਿੱਥੇ ਗਏ ਸੀ? ਸਵਾਲ ਤਾਂ ਵੀ ਸਾਡੀ ਕੋਈ ਵੈਲਿਊ ਹੈ ਨਹੀਂ, ਸਾਡਾ ਕੋਈ ਸਟੈਂਡ ਹੈ ਨਹੀਂ। ਅਸੀਂ ਨਹੀਂ ਜੀ, ਮੈਂ ਨਾ ਮੰਨ, ਉਹ ਜੱਟ ਵਾਲੀ ਗੱਲ ਹੈ ਕਿ ਛੱਲੀ ਪਾਲੀ, ਕਹਿੰਦੇ ਛੱਲੀ ਕਿਉਂ ਬਣੀ? ਕਹਿੰਦਾ ਜੀ ਗਲਤੀ ਹੋ ਗਈ, ਚੱਲ ਮੰਨ ਲਿਆ ਤੇਰੀ ਗਲਤੀ, ਪਰ ਛੱਲੀ ਕਿਉਂ ਬਣੀ? ਫਿਰ ਕਹਿੰਦਾ ਜੀ ਤੂੰ ਮੈਨੂੰ ਮਾਫੀ ਦੇ, ਚੱਲ ਮਾਫੀ ਦਿੱਤੇ, ਤੈਨੂੰ ਛੱਲੀ ਕਿਉਂ ਬਣੀ? ਆਹ ਸਾਡੇ ਫਾਰਮਰ ਦਾ ਕੰਮ, ਸਾਡੇ ਲੀਡਰ ਨੇ ਕੰਮ ਕੀਤਾ। ਨਾ ਸੋਚਿਆ ਨਾ ਸਮਝਿਆ। ਉੱਤੋਂ ਜਿਹੜੇ ਸਪੋਰਟ ਕਰਦੇ ਸੀ ਉਹਨਾਂ ਪੁੱਛੋ ਤੁਸੀਂ ਪੈਸੇ ਕਿੱਥੋਂ ਕਮਾਉਣੇ ਆ? ਉਹ ਸਾਰੇ ਕਾਰਪੋਰੇਸ਼ਨ ਕੰਮ ਕਰਦੇ ਆ ਜਾਂ ਆਪ ਕਾਰਪੋਰੇਟ ਬਣੇ ਆ। ਹਜ਼ਾਰਾਂ ਏਕੜ ਦੇ ਵਿੱਚ ਜਾ ਕੇ ਉਹਨਾਂ ਦੇ ਬਾਗ ਲੱਗੇ ਹੋਏ ਆ। ਉਹ ਕਾਰਪੋਰੇਟ ਤੋਂ ਘੱਟ ਆ। ਸੋ ਫਿਰ ਉਹਨਾਂ ਨੂੰ ਸਪੋਰਟ ਕਰ, ਤੁਸੀਂ ਆਪਣੀਆਂ ਕਾਰਪੋਰੇਟਾਂ ਖਤਮ ਕਰ ਲਓ। ਵਾਈ ਯੂ ਆਰ ਇਹਨਾਂ ਗਰੀਬਾਂ ਦੇ ਆਪਣੇ ਚੇਅਰ ਕਰਦੇ ਹੋ। ਜੋਲ ਸਾਹਿਬ, ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਇੱਥੇ ਰਹਿਣਾ ਨਹੀਂ ਚਾਹੁੰਦਾ, ਪ੍ਰਵਾਸ ਕਰਕੇ ਉਹ ਦੂਸਰੇ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦਾ ਹੈਗਾ। ਤਾਂ ਇੱਕ ਖਦਸ਼ਾ, ਇੱਕ ਸ਼ੰਕਾ ਉਹ ਬੁੱਧੀਜੀਵੀਆਂ ਨੂੰ ਲਗਾਤਾਰ ਹੈ ਕਿ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਉਹ ਚੇਂਜ ਹੋ ਰਹੀ ਹੈ। ਤੁਹਾਨੂੰ ਲੱਗਦਾ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਫਿਰ ਇਹ ਕੋਈ ਸਾਜ਼ਿਸ਼ ਨਹੀਂ? ਇਟਸ ਏ ਗਵਰਨੈਂਸ ਡਿਫਿਸਿਟ। ਇੱਥੇ ਨੌਜਵਾਨ ਦਾ ਫਿਊਚਰ ਨਹੀਂ ਹੈ, ਨੌਜਵਾਨ ਦੀ ਸੇਫਟੀ ਨਹੀਂ ਹੈ। ਇੱਥੇ ਪਤਾ ਨਹੀਂ ਪੁਲਿਸ ਨੇ ਕਿਹੜੇ ਵੇਲੇ ਉਹਦੇ ਕੀ ਪੇਸ ਪਾ ਦੇਣਾ। ਗੱਲ ਝੂਠੇ ਕੇਸ ਬਣਦੇ ਆ ਇੱਥੇ ਜਿਹੜਾ ਬੰਦੇ ਦੀ ਰਸਾਈ ਕੋਈ ਨਹੀਂ। ਤੁਹਾਨੂੰ ਵੱਡੀ ਸਿਫਾਰਿਸ਼ ਚਾਹੀਦੀ ਹੈ, ਤੁਹਾਡੇ ਕੋਲ ਪੈਸਾ ਚਾਹੀਦਾ ਹੈ ਹੁਣ ਜਸਟਿਸ ਲੈਣ ਲਈ। ਇਹ ਹਾਲਤ ਹੈ। ਮਾਪੇ ਤਾਂ ਇਸ ਕਰਕੇ ਨਹੀਂ ਭੇਜ ਰਹੇ ਇਹਨਾਂ ਨੂੰ ਕਿ ਤੁਸੀਂ ਪੜ੍ਹ ਕੇ ਆਓਗੇ ਮੁੜ ਕੇ ਇਸ ਪੈਸੇ ਇਹ ਵਾਪਸ ਨਾ ਆਉਣ। ਉਹ ਆਪਣੇ ਜਦੋਂ ਮਨ 'ਚ ਤਸੱਲੀ ਹੋ ਜਾਂਦੀ ਕਿ ਮੇਰਾ ਬੱਚਾ ਬਚ ਗਿਆ ਬਾਹਰ ਜਾ ਕੇ। ਜਦ ਤੁਸੀਂ ਆਪਣੀ ਗਵਰਨੈਂਸ ਠੀਕ ਨਹੀਂ ਕਰਦੇ, ਜਦ ਤੁਹਾਡੀ ਐਜੂਕੇਸ਼ਨ ਠੀਕ ਨਹੀਂ ਕਰਦੇ, ਐਜੂਕੇਟਡ ਬੰਦੇ ਦੀ ਸਹੀ ਕੀਮਤ ਨਹੀਂ ਪਾਉਂਦੇ,
ਤਾਂ ਉਹਨੇ ਕੀ ਆ ਹੁਣ ਇਹਨੇ ਕਿਹਾ ਸੀਗਾ ਭਗਵੰਤ ਮਾਨ ਨੇ ਕਿ ਆਪਾਂ ਐਸੀ ਕੜੀ ਕਰੀਏ ਕਿ ਬਾਹਰਲੇ ਪੜ੍ਹਨ ਆਉਣ। ਇਟਸ ਅ ਗੁੱਡ ਡ੍ਰੀਮ। APJ ਕਲਾਮ ਨੇ ਕਿਹਾ ਸੀਗਾ ਟੂ ਡ੍ਰੀਮ ਸਮਾਈਲ ਇਜ਼ ਅ ਕ੍ਰਾਈਮ। ਸਮਝਿਆ ਨਾ ਜੀ। ਹੁਣ ਸਵਾਲ ਤਾਂ ਉਹਨਾਂ ਨੇ ਕਿ ਆਪਾਂ ਕਰੀਏ, ਇਹ ਲੱਗ ਗਿਆ ਸਾਰੇ ਉਹਨੂੰ ਕੰਡਮ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਇਹ ਨਹੀਂ ਕਿਹਾ ਵੀ ਮੈਂ ਕਰ ਦਊਂਗਾ, ਵੀ ਆਪਾਂ ਕਰੀਏ। ਅਸੀਂ ਬਹੁਤ ਕਾਲੇ ਪੈਨੇ ਆ, ਕਿਸੇ ਨੂੰ ਟਾਈਮ ਨਹੀਂ ਦਿੰਦੇ ਕੰਮ ਕਰਨ ਨੂੰ। ਇਹ ਪ੍ਰੋਬਲਮ ਹੈ। ਸੋ ਸਭ ਕੁਝ ਹੋ ਸਕਦਾ, ਲੇਕਿਨ ਇਹਦੇ ਵਿੱਚ ਜਿੱਦਾਂ ਹੁਣ ਗੌਰਮੈਂਟ ਹੈ ਡਿਸੀਜਨ ਲਈ ਜਾਂਦੀ, ਚਲੋ ਉਹਨਾਂ ਦੀ ਮਰਜ਼ੀ ਆ। ਇਹਨੂੰ ਹਰ ਡਿਪਾਰਟਮੈਂਟ ਦੇ ਵਿੱਚ 2-3 ਜਿਹੜੇ ਨੇ ਉਹਦੇ ਪੀਅਰਸ ਨੇ ਉਸ ਉਮਰ ਦੇ, ਉਹਨਾਂ ਦੀ ਐਡਵਾਈਜ਼ਰੀ ਲਾਉਣੀ ਚਾਹੀਦੀ ਹੈ। ਚੀਫ ਮਿਨਿਸਟਰ ਕੋ ਆਪਣਾ ਐਡਵਾਈਜ਼ਰੀ ਕਾਊਂਸਲ ਚਾਹੀਦੀ ਹੈ। ਉਹ ਸਲਾਹ ਕਰਕੇ ਸੋਚ ਸਮਝ ਕੇ ਤਸੱਲੀ ਨਾਲ ਫੈਸਲਾ ਲਵੇ। ਐਵਰੀ ਪ੍ਰੋਬਲਮ ਜਿਹੜੀ ਆ ਸੋਲੂਸ਼ਨ ਹੈਗਾ। ਪਰਮਾਤਮਾ ਨੇ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਜਾਂ ਸੋਲੂਸ਼ਨ ਨਹੀਂ ਹੈ, ਲੇਕਿਨ ਸੋਲੂਸ਼ਨ ਲੱਭਣਾ ਪੈਂਦਾ। ਅੱਛਾ ਜੋਲ ਸਾਹਿਬ, ਭਾਵੇਂ ਤੁਹਾਡੇ ਜਥੇਬੰਦੀਆਂ ਦੇ ਨਾਲ ਬੜੇ ਵਖਰੇਵੇਂ ਵੀ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ, ਪੰਜਾਬ ਨੂੰ ਬਚਾਉਣ ਦੇ ਲਈ ਮੁੜ ਦੁਬਾਰਾ ਇਕੱਠੇ ਹੋ ਕੇ ਬੈਠਣ ਲਈ ਜੇ ਤੁਹਾਨੂੰ ਕਿਹਾ ਜਾਵੇ ਤਾਂ ਤੁਸੀਂ ਤਿਆਰ ਹੋ ਕਿ ਆਓ ਇਕੱਠੇ ਬੈਠੀਏ, ਕੁਝ ਸੋਚੀਏ? ਦੇਖੋ ਮੈਂ ਦੋ ਮੇਰੀਆਂ ਪ੍ਰੋਬਲਮ, ਇੱਕ ਤਾਂ ਮੈਂ ਜਾ ਨਹੀਂ ਸਕਦਾ ਕਿਉਂਕਿ ਮੈਨੂੰ ਤੁਰਨਾ ਮੁਸ਼ਕਿਲ ਹੈ। ਮੈਂ ਸਿਹਤ ਹੁਣ ਇਸ ਵੇਲੇ 95 ਸਾਲ 'ਚ ਮੈਂ ਜਾ ਰਿਹਾ ਜੀ। ਪਰਮਾਤਮਾ ਦਾ ਦਿਮਾਗ ਕਲੀਅਰ ਹੈ, ਕੋਈ ਫੈਕਲਟੀ ਮੇਰੀ ਨਹੀਂ ਕਿ ਮੈਂ ਬੈਠ ਕੇ ਸਾਰਿਆਂ ਨੂੰ ਸਲਾਹ ਦੇ ਸਕਦਾ। ਮੇਰੇ ਕੋਲ ਜਿਹੜਾ ਕੋਈ ਆਊਗਾ ਮੈਨੂੰ ਕਹਿ ਸਕਦਾ। ਮੈਂ ਲੀਡ ਨਹੀਂ ਕਰ ਸਕਦਾ ਕਿਉਂਕਿ ਮੇਰੇ 'ਚ ਹਿੰਮਤ ਨਹੀਂ। ਮੈਨੂੰ ਤਾਂ ਚੱਕਰ ਆਉਂਦੇ ਉੱਥੇ ਤੱਕ ਜਾਂਦੇ ਆ। ਸਮਝੇ ਨਾ। ਮੈਂ ਤਾਂ ਕਹਿੰਦਾ ਹੋਇਆ ਮੈਨੂੰ 95 ਸਾਲ ਦੀ ਉਮਰ ਹੈ, ਮੇਰਾ ਇੰਨਾ ਤਜਰਬਾ, ਮੈਨੂੰ ਨਿਚੋੜ ਲਓ। ਤੁਹਾਡੇ ਪਸੰਦ ਆ ਉਹ ਵਰਤ ਲਿਓ, ਨਹੀਂ ਮੈਂ ਤਾਂ ਨਹੀਂ ਕਹਿੰਦਾ ਜੋ ਮੈਂ ਕਹਿੰਦਾ ਇੰਪਲੀਮੈਂਟ ਕਰੋ। ਸੁਣੋ ਤਾਂ ਸਹੀ ਮੇਰੀ ਗੱਲ। ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਚਾਈਨਾ ਵਰਗੇ ਕੰਟਰੀ ਨੇ FAO ਤੋਂ, ਯੂਨਾਈਟਿਡ ਨੇਸ਼ਨ ਤੋਂ ਐਕਸਪਰਟ ਮੰਗੇ 16-17 ਜਿਹੜਾ ਐਗਰੀਕਲਚਰ ਪੋਲਿਸੀ ਦੇ ਸੀ, ਉਹਨੇ ਦਿੱਤੇ। ਚਾਈਨਾ ਨੇ ਸਿਰਫ ਮੈਨੂੰ ਸਿਲੈਕਟ ਕੀਤਾ ਮੇਰੀ ਬੈਕਗਰਾਊਂਡ ਦੇਖ ਕੇ। ਮੈਂ ਇੱਥੋਂ ਰਾਤ ਰਨ ਗਿਆ, ਰਾਤ ਨੂੰ ਉੱਥੇ ਪਹੁੰਚਿਆ। ਰਾਤ ਸ਼ਾਇਦ ਮੈਂ ਭੁੱਖਾ ਸੁੱਤਾ ਕਿਉਂਕਿ 9 ਵਜੇ ਬੰਦ ਹੋ ਜਾਂਦਾ ਸਭ ਕੁਝ। ਸਵੇਰ ਨੂੰ ਮੀਟਿੰਗ ਸ਼ੁਰੂ ਹੋਈ 9 ਵਜੇ। ਉਹਨਾਂ ਜਿਹੜਾ ਚੀਫ ਸੀ ਹੋਇਆ, ਉਹਨੇ 40-45 ਪਾਲਿਸੀ ਮੇਕਰਸ, ਉਹ ਮਸੀਂ ਮਰ ਕੇ 2-2.5 ਮਿੰਟ ਬੋਲਿਆ। ਉਹਨਾਂ ਮੈਨੂੰ ਹੈਂਡਓਵਰ ਕਰਤਾ ਜੀ ਕਰੋ ਸ਼ੁਰੂ। ਮੈਂ ਦੂਰੋਂ ਦੁਨੀਆ ਦੇ ਸਾਰੇ ਨਕਸ਼ੇ ਵੀ ਕਿੱਥੇ ਕੀ ਹੋ ਰਿਹਾ ਕਿ ਤੁਹਾਨੂੰ ਇਹ 'ਚੋਂ ਕੀ ਰੈਲੀਵੈਂਟ ਹੈ, ਮੈਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਉਹਨਾਂ ਨੂੰ ਪ੍ਰੈਜੈਂਟ ਕੀਤੀ। ਉਹਨੇ ਇੱਕ ਸਵਾਲ ਨਹੀਂ ਕੀਤਾ ਮੈਨੂੰ ਇੱਕ ਤੱਕ ਵੀ। ਟਰਾਂਸਲੇਸ਼ਨ ਹੁੰਦੀ ਸੀ ਕੋਈ ਕਰਕੇ ਨਾ। 1 ਤੋਂ 2 ਵਜੇ ਤੱਕ ਰੋਟੀ ਖਾਧੀ, 3 ਵਜੇ ਤੋਂ 5 ਵਜੇ ਤੱਕ ਉਹਨੇ ਭਰਵੇਂ ਸਵਾਲ ਕੀਤੇ, ਮੈਂ ਉਹਦਾ ਜਵਾਬ ਦਿੱਤਾ। ਮੇਰੇ ਵੱਲ ਜੋੜੇ ਕਿ ਥੈਂਕ ਯੂ ਵੈਰੀ ਮੱਚ, ਹੁਣ ਤੁਸੀਂ ਜਾ ਸਕਦੇ ਹੋ। ਮੈਂ ਰਾਤ ਨੂੰ ਬਸ ਆਪਣੀ ਯਾਦ ਪੜਿਆ ਵਾਪਸ ਆਇਆ। ਇਹ ਹੁੰਦੀਆਂ ਜਿਹੜੀਆਂ ਨੇਸ਼ਨ ਸੀਰੀਅਸ ਹੁੰਦੀਆਂ। ਇੱਕ ਦਿਨ 'ਚ ਨਿੰਬੂ ਵਾਂਗੂ ਨਿਚੋੜ ਲਿਆ। ਸਮਝੇ ਨਾ। ਇੱਥੇ ਤਾਂ ਕਿਸੇ ਸੁਣੀ ਨਹੀਂ। ਜਿਹੜੀਆਂ ਰਿਪੋਰਟਾਂ ਦਿੱਤੀਆਂ ਉਹਨਾਂ ਦਾ ਵਰਕਾ ਨਹੀਂ ਥੱਲਿਆ। ਉਹ ਇੰਟਰਸਟ ਸੀ, ਮੇਰਾ ਇੰਟਰਸਟ ਪੰਜਾਬ ਦਾ, ਇਹਨਾਂ ਦਾ ਇੰਟਰਸਟ ਲੁੱਟਣ ਦਾ। ਪ੍ਰੋਬਲਮ ਤਾਂ ਇੱਥੇ ਹੁੰਦੀ ਹੈ। ਜੇ ਸਿੰਸੀਅਰ ਹੋਵੇ ਕੋਈ ਪੋਲੀਟੀਸ਼ੀਅਨ ਸਭ ਕੁਝ ਕਰ ਸਕਦਾ। ਹੁਣ ਇਹ ਦੇਖਦੇ ਕੀ ਕਰਦੇ ਆ। ਖੈਰ ਜੋਲ ਸਾਹਿਬ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਬੜੇ ਸਵਾਲਾਂ ਦੇ ਬੇਬਾਕੀ ਦੇ ਨਾਲ ਤੁਸੀਂ ਜਵਾਬ ਦਿੱਤੇ। ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੇਰੀ ਗੱਲ ਸੁਣੀ ਹੈ। ਸ਼ਾਇਦ ਕਿਸੇ ਦੇ ਪੱਲੇ ਪੈ ਜਾਵੇ। ਜੇ ਮੈਂ ਕਿਸੇ ਦਾ ਗਲਤ ਕਹਿ ਤਾ ਮੈਂ ਮਾਫੀ ਮੰਗਦਾ ਉਸ ਗੱਲ ਦੀ, ਪਰ ਮੇਰੇ ਦਿਲ 'ਚ ਇੱਕ ਉਬਾਲ ਹੈ ਕਿ ਪੰਜਾਬ ਠੀਕ ਹੋ ਸਕਦਾ, ਲੇਕਿਨ ਕੀਤਾ ਨਹੀਂ ਜਾ ਰਿਹਾ। ਸੈਲਫਿਸ਼ਨੈਸ ਲੋਕਾਂ ਦੇ 'ਚ ਆ ਗਈ ਹੈ ਜੀ। ਬਹੁਤ ਧੰਨਵਾਦ ਸਰ, ਗੱਲਬਾਤ ਕੀਤੀ। ਬਹੁਤ ਸ਼ੁਕਰੀਆ ਜੀ। ਤਾਂ ਸਰਦਾਰਾ ਸਿੰਘ ਜੋਲ ਸਾਹਿਬ ਦੇ ਨਾਲ ਗੱਲਬਾਤ ਕੀਤੀ। ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੀ ਜਾਣਕਾਰੀ ਜਿਹੜੀ ਉਹ ਦਿੱਤੀ ਹੈ। ਮਤਭੇਦ ਜ਼ਰੂਰ ਹੋ ਸਕਦੇ ਨੇ ਕਈ ਵਿਚਾਰਾਂ ਨੂੰ ਲੈ ਕੇ, ਪਰ ਸਾਡੀ ਕੋਸ਼ਿਸ਼ ਹੈ ਕਿ ਸਾਡੇ ਇਸ ਮਾਧਿਅਮ ਜ਼ਰੀਏ ਅਸੀਂ ਵਿਚਾਰ ਇਹਨਾਂ ਦੇ ਜ਼ਰੂਰ ਜਿਹੜੇ ਪੰਜਾਬ ਦੀ ਆਵਾਮ ਹੈ ਉਹਦੇ ਸਾਹਮਣੇ ਰੱਖੀਏ। ਚੰਗੇ ਲੱਗਣਗੇ ਤੁਸੀਂ ਜ਼ਰੂਰ ਅਪਣਾਇਓ, ਜੇ ਨਹੀਂ ਚੰਗੇ ਲੱਗਣਗੇ ਤਾਂ ਜ਼ਰੂਰ ਛੱਡ ਦਿਓ। ਪਰ ਕੋਸ਼ਿਸ਼ ਸੀਗੀ ਸਾਡੀ ਅੱਜ ਦੀ ਮੁਲਾਕਾਤ ਦੇ ਵਿੱਚ ਕਿ ਪੰਜਾਬ ਨੂੰ ਖੇਤੀ ਸੰਕਟ ਦੇ ਵਿੱਚੋਂ, ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੰਜਾਬ ਖੇਤੀ ਸੰਕਟ ਚੋਂ ਬਾਹਰ ਨਿਕਲ ਸਕਦਾ ਹੈ। ਗੱਲਬਾਤ ਕਿਸ ਤਰੀਕੇ ਨਾਲ ਲੱਗੀ ਤੁਹਾਨੂੰ, ਆਪਣੀ ਪ੍ਰਤੀਕਿਰਿਆ ਟਿੱਪਣੀ ਦੇ ਰੂਪ ਦੇ ਵਿੱਚ ਸਾਨੂੰ ਜ਼ਰੂਰ ਦਿਓ। ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।